राग आसा महला चौथा। सो पुरख एक ओंकार सत गुर प्रसाद। सो पुरख निरंजन हर पुरख निरंजन। हर अगमा अगम अपारा। सब ध्यावै तुध जी। हर सच्चे सिरजनहारा। सब जी तुम्हारे जी। तू जियां का दातारा। हर ध्यावो संतो जी। सब दुख विसारण हारा। हर आपे ठाकुर हर आपे सेवक जी। क्या नानक जंत विचारा। वाहिगुरु जी का खालसा वाहिगुरु जी की फतेह। गुरु प्यारी साध संगत जी, ਆਪਾਂ ਜੋ ਸੋਦਰ ਦੀ ਬਾਣੀ ਦੀ ਲੜੀਵਾਰ ਵਿਚਾਰ ਆਰੰਭ ਕੀਤੀ ਹੈ, ਉਸ ਲੜੀ ਦੇ ਤਹਿਤ ਆਪਾਂ ਸੋਦਰ ਬਾਣੀ ਦੇ 5 ਸ਼ਬਦਾਂ ਦੀ ਵਿਚਾਰ ਆਪਾਂ ਕੱਲ ਤੱਕ ਸਰਵਣ ਕਰ ਚੁੱਕੇ ਹਾਂ। ਅੱਜ ਆਪਾਂ ਸੋ ਪੁਰਖ ਬਾਣੀ ਦੀ ਵਿਚਾਰ ਜਿਹੜੀ ਹੈ ਆਰੰਭ ਕਰਨ ਜਾ ਰਹੇ ਹਾਂ। ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ, ਜਿਸ ਦੇ 5 ਬੰਦ ਹਨ ਤੇ ਪਹਿਲੇ ਬੰਦ ਦਾ ਪਾਠ ਆਪਾਂ ਸਰਵਣ ਕੀਤਾ ਹੈ। ਕਿਉਂਕਿ ਸ਼ਬਦ ਵੱਡਾ ਹੋਣ ਕਰਕੇ ਆਪਾਂ ਕੋਸ਼ਿਸ਼ ਕਰਾਂਗੇ ਕਿ 5 ਦਿਨਾਂ ਵਿੱਚ ਇਹਨਾਂ 5 ਬੰਦਾਂ ਦੀ ਜਿਹੜੀ ਇਹ ਵਿਚਾਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਸਕੇ, ਕਿਉਂਕਿ ਇੱਕ ਇੱਕ ਬੰਦ ਵਿਚਾਰ ਮੰਗਦਾ ਹੈ ਤੇ ਸ਼ਬਦ ਦਾ ਆਕਾਰ ਵੱਡਾ ਹੋਣ ਕਰਕੇ ਥੋੜ੍ਹਾ ਜਿਹਾ ਵਕਤ ਵੀ ਵੱਧ ਲੱਗੇਗਾ। ਤੋ ਸਾਧ ਸੰਗਤ ਜੀ, ਜਿਹੜੇ ਸਰੋਤੇ ਬਾਣੀ ਸਮਝ ਕੇ ਪੜ੍ਹਨ ਵਾਲੇ ਨੇ, ਜਿਹੜੇ ਬਾਣੀ ਨੂੰ ਖੋਜੀ ਬਿਰਤੀ ਨਾਲ ਪੜ੍ਹਦੇ ਨੇ, ਕਿਉਂਕਿ ਬਾਣੀ ਦਾ ਵਾਕ ਹੈ ਖੋਜੀ ਉਪਜੈ ਬਾਦੀ ਬਿਨਸੈ। ਜਿਹੜਾ ਖੋਜੀ ਬਿਰਤੀ ਵਾਲਾ ਹੈ ਉਹ ਸਮਝ ਕੇ ਪੜ੍ਹ ਕੇ ਆਪਣੀ ਜ਼ਿੰਦਗੀ ਨੂੰ ਸਵਾਰਨ ਵਾਲੇ ਬੰਨੇ ਤੁਰਦਾ ਹੈ। ਬਹੁਤ ਸਰੋਤੇ ਇੱਦਾਂ ਦੇ ਵੀ ਜਿਨ੍ਹਾਂ ਦੇ ਫੋਨ ਆਉਂਦੇ, ਪਤਾ ਲੱਗਦਾ ਵੀ ਉਹ ਨਿੱਕੇ ਨਿੱਕੇ ਨੁਕਤੇ ਨੂੰ ਬਹੁਤ ਧਿਆਨ ਨਾਲ ਵੇਖਦੇ ਨੇ ਕਿ ਗੁਰੂ ਸਾਹਿਬ ਨੇ ਕਿੰਨੇ ਸੋਹਣੇ ਤਰੀਕੇ ਨਾਲ ਸਾਨੂੰ ਇਹ ਸੂਝ ਬਖਸ਼ਿਸ਼ ਕੀਤੀ ਹੈ। ਤੋ ਇਹ ਜੋ ਸੋਦਰ ਦੀ ਬਾਣੀ ਆਪਾਂ ਰੋਜ਼ਾਨਾ ਸ਼ਾਮਾਂ ਨੂੰ ਪੜ੍ਹਦੇ ਹਾਂ ਸਾਧ ਸੰਗਤ ਜੀ, ਇਹ ਸੋਦਰ ਦੇ 5 ਸ਼ਬਦ ਨੇ ਤੇ ਸੋ ਪੁਰਖ ਬਾਣੀ ਦੇ 4 ਸ਼ਬਦ ਨੇ। ਇਹ ਕੁੱਲ 9 ਸ਼ਬਦਾਂ ਦਾ ਸੰਗ੍ਰਹਿ ਹੈ, ਜਿਹੜਾ 8 ਨੰਬਰ ਅੰਕ ਤੋਂ ਲੈ ਕੇ 12 ਨੰਬਰ ਅੰਕ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਇਆ। ਕਿਉਂਕਿ 1 ਅੰਕ ਤੋਂ ਲੈ ਕੇ 8 ਅੰਕ ਤੱਕ ਗੁਰੂ ਗ੍ਰੰਥ ਸਾਹਿਬ ਵਿੱਚ ਜਪ ਬਾਣੀ ਹੈ, ਜਪਜੀ ਸਾਹਿਬ ਜਿਹਨੂੰ ਅਸੀਂ ਕਹਿੰਦੇ ਹਾਂ, ਤੇ 8 ਨੰਬਰ ਅੰਕ ਦੇ ਅੱਧ ਤੋਂ ਬਾਅਦ ਮੁੜ ਕੇ ਸੋਦਰ ਦੀ ਬਾਣੀ ਸ਼ੁਰੂ ਹੋ ਜਾਂਦੀ ਹੈ ਤੇ 12 ਨੰਬਰ ਅੰਕ ਤੱਕ ਇਹ ਸੋਦਰ ਦੀ ਬਾਣੀ ਤੇ ਸੋ ਪੁਰਖ ਦੀ ਬਾਣੀ ਇਕੱਠੀ ਜਿਹੜੀ ਹੈ 9 ਸ਼ਬਦ, 5 ਸੋਦਰ ਦੇ ਤੇ 4 ਸੋ ਪੁਰਖ ਬਾਣੀ ਦੇ ਜਿਹੜੇ 9 ਸ਼ਬਦ ਆਏ ਨੇ, ਇਹ 8 ਤੋਂ 12 ਅੰਕ ਤੱਕ ਆਏ ਨੇ। 12 ਤੋਂ ਬਾਅਦ ਮੁੜ ਕੇ 13 ਨੰਬਰ ਅੰਕ ਤੱਕ ਜਿਹੜਾ ਹੈ ਉਹ 16 ਸਾਹਿਬ ਦੀ ਬਾਣੀ, ਅੱਗੇ ਫਿਰ 14 ਤੋਂ ਸ੍ਰੀ ਰਾਗ ਜਿਹੜਾ ਉਹ ਆਰੰਭ ਹੋ ਜਾਂਦਾ ਹੈ। ਤੋ ਇਹ ਸੰਗਤਾਂ ਦੇ ਗਿਆਤ ਵਾਸਤੇ ਹੈ ਕਿ 1 ਅੰਕ ਤੋਂ ਲੈ ਕੇ 13 ਅੰਕ ਤੱਕ ਇਹ ਸਾਡਾ ਸੰਖੇਪ ਨਿਤਨੇਮ ਵੀ ਹੈ। ਗੁਰੂ ਸਾਹਿਬ ਵੇਲੇ ਵੀ ਐਸਾ ਹੁੰਦਾ ਸੀ। ਤੋ ਇਹ ਅਕਸਰ ਤੁਸੀਂ ਵੇਖਦੇ ਹੋ ਕਿ ਇਹ ਜਿਹੜੇ 9 ਦੇ 9 ਸ਼ਬਦ ਆਏ ਨੇ, ਇਹ ਗੁਰੂ ਗ੍ਰੰਥ ਸਾਹਿਬ ਜੀ ਦੁਬਾਰਾ ਫਿਰ ਆਏ ਨੇ। ਇੱਥੇ ਵੀ ਲਿਖੇ ਨੇ ਗੁਰੂ ਸਾਹਿਬ ਜੀ ਨੇ, ਜਿਹੜੇ ਸੋਦਰ ਦੇ 5 ਸ਼ਬਦ ਨੇ ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੁਬਾਰਾ ਲਿਖੇ ਗਏ ਨੇ ਫਿਰ ਅੱਗੇ ਜਾ ਕੇ। ਤੇ ਇੱਥੇ ਨਿਤਨੇਮ ਦੇ ਰੂਪ 'ਚ ਦੇਣ ਤੋਂ ਬਾਅਦ ਸੋ ਪੁਰਖ ਦੇ ਜਿਹੜੇ 4 ਸ਼ਬਦ ਨੇ ਇਹ ਫਿਰ ਅੱਗੇ ਜਾ ਕੇ ਫਿਰ ਆਏ ਨੇ। ਤੋ ਸਾਧ ਸੰਗਤ ਜੀ, ਇਹ ਵਿਚਾਰਨ ਦੀ ਲੋੜ ਹੈ, ਸਾਨੂੰ ਸਮਝਣ ਦੀ ਲੋੜ ਹੈ ਗੁਰੂ ਸਾਹਿਬ ਨੇ ਕਿੰਨੇ ਸੋਹਣੇ ਸਾਡੇ ਵਾਸਤੇ ਮੋਤੀ ਪਰੋਏ ਨੇ। ਤੋ ਇਹ ਜਿਹੜਾ ਇੱਕ ਹੋਰ ਤੁਹਾਡੇ ਗਿਆਤ ਵਾਸਤੇ ਦੱਸ ਦਈਏ ਕਿ ਜਦੋਂ ਆਸਾ ਰਾਗ ਵਿੱਚ ਸੋਦਰ ਦਾ ਸ਼ਬਦ ਆਰੰਭ ਹੁੰਦਾ ਹੈ, ਸੋਦਰ ਤੇਰਾ ਕਿਹਾ, ਅੱਗੇ ਜਾ ਕੇ ਇਹ 348 ਨੰਬਰ ਅੰਕ 'ਤੇ, ਉੱਥੇ ਜਾ ਕੇ ਵੇਖੋ ਜਿਹੜੀ ਲੜੀ ਹੈ ਉਹ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਦੀ ਚੱਲ ਰਹੀ ਹੈ, ਪਰ ਉਸ ਸ਼ਬਦ ਤੋਂ ਬਾਅਦ ਅੱਗੇ ਜਾ ਕੇ ਸ਼ਬਦ ਗੁਰੂ ਰਾਮਦਾਸ ਮਹਾਰਾਜ ਦਾ ਇਹ ਸੋ ਪੁਰਖ ਵਾਲਾ ਉਹਦੇ ਨਾਲ ਜੋੜ ਕੇ ਪਾਇਆ। ਭਾਵੇਂ ਉੱਥੇ ਜਿਹੜੀ ਬਾਣੀ ਹੈ ਗੁਰੂ ਨਾਨਕ ਸਾਹਿਬ ਦੀ ਚੱਲ ਰਹੀ ਹੈ, ਪਰ ਸ਼ਬਦ ਗੁਰੂ ਰਾਮਦਾਸ ਜੀ ਦਾ ਇਹ ਸੋ ਪੁਰਖ ਵਾਲਾ ਪਾ ਕੇ ਜਦੋਂ ਇਹ ਸਾਬਤ ਹੋਇਆ, ਅੱਗੇ ਫਿਰ ਗੁਰੂ ਨਾਨਕ ਸਾਹਿਬ ਜੀ ਵਾਲੇ ਅੱਗੇ ਸ਼ਬਦ ਚੱਲ ਪਏ ਹਨ। ਤੋ ਇਹ ਉਹਨਾਂ ਸਰੋਤਿਆਂ ਵਾਸਤੇ ਜਿਹੜੇ ਬਾਣੀ ਸਮਝ ਕੇ ਪੜ੍ਹਨ ਵਾਲੇ ਨੇ ਕਿ ਗੁਰੂ ਸਾਹਿਬ ਜੀ ਨੇ ਉੱਥੇ ਇੱਕੇ ਪ੍ਰਕਰਨ ਦੇ ਵਿੱਚ ਜਿਹੜੀ ਗੱਲ ਹੈ ਉਹ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ, ਤਾਂ ਕਿ ਜਿਹੜੇ ਸਰੋਤੇ ਬਾਣੀ ਸਮਝ ਕੇ ਪੜ੍ਹਨ ਵਾਲੇ ਨੇ ਉਹਨਾਂ ਨੂੰ ਇਸ ਗੱਲ ਦੀ ਸਮਝ ਲੱਗ ਸਕੇ। ਤੋ ਖੈਰ, ਇਹ ਉਹਨਾਂ ਸਰੋਤਿਆਂ ਵਾਸਤੇ ਜਿਹੜੇ ਬਾਣੀ ਸਮਝ ਕੇ ਵਿਚਾਰਨ ਵਾਲੇ, ਕਿਉਂਕਿ ਬੜੇ ਸਰੋਤੇ ਐਸੇ ਨੇ ਜਿਨ੍ਹਾਂ ਨੇ ਸਿਰਫ ਮੱਥੇ ਟੇਕੇ ਨੇ, ਅਜੇ ਤੱਕ ਰੁਮਾਲਾ ਚੱਕ ਕੇ ਕਦੀ ਗੁਰਬਾਣੀ ਪੜ੍ਹਨ ਦੀ ਕੋਸ਼ਿਸ਼
नहीं की। पर हुण बड़ियां दे फोन आउंदे ने भी असीं भाई साहब हुण बाणी पढ़नी शुरू कर दित्ती है, असीं सहज पाठ करदे हां, सानूं पता लग गया। गुरु बख्शिश करे जे असीं इस बन्ने तुर सकीए ते वधिया गल है। जिवें असीं दुनियावी धन दौलत दा मान करदे भी ये साडे दादियां पड़दादियां दी है, तो ये भी साडी एक दादियां पड़दादियां वल्लों गुरु पातशाह वल्लों दित्ती होई एक जायदाद है ਜਿਹੜੀ ਸਾਡੇ ਜ਼ਿੰਦਗੀ ਨੂੰ ਸਵਾਰਨ ਦੇ ਕੰਮ ਆਉਂਦੀ ਹੈ। ਅਸੀਂ ਇਸ ਤੋਂ ਬਹੁਤ ਦੂਰੀ ਬਣਾਈ ਰੱਖੀ ਹੈ। ਆਓ ਵਾਪਸ ਅਸੀਂ ਇਸ ਖਜ਼ਾਨੇ ਨਾਲ ਜੁੜਨ ਦਾ ਯਤਨ ਕਰੀਏ। ਤੋ ਖੈਰ ਇਹ ਜਿਹੜੀ ਅੱਜ ਆਪਾਂ ਸੋ ਪੁਰਖ ਦੀ ਬਾਣੀ ਆਰੰਭ ਕੀਤੀ ਹੈ, ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ। ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿੱਦਾਂ ਆਰੰਭ ਆਪਾਂ ਕੀਤਾ ਵੀ ਰਾਗ ਆਸਾ ਰਾਗ ਹੈ, ਮਹਲਾ ਚੌਥਾ, ਮਹਲ ਦਾ ਅਰਥ ਹੁੰਦਾ ਸਰੀਰ, ਚੌਥੇ ਸਰੀਰ ਰਾਹੀਂ ਇਹ ਬਾਣੀ ਉਚਾਰਨ ਕੀਤੀ ਹੈ। ਸੋ ਪੁਰਖ ਬਾਣੀ ਦਾ ਨਾਮ ਹੈ। ਇੱਕ ਓੰਕਾਰ ਸਤ, ਉਹ ਇੱਕ ਓੰਕਾਰ ਸਦੀਵ ਰਹਿਣ ਵਾਲਾ ਹੈ। ਮਹਾਰਾਜ ਬਖਸ਼ਿਸ਼ ਕਰਦੇ ਨੇ ਗੁਰ ਪ੍ਰਸਾਦ, ਅਤੇ ਉਹ ਗੁਰੂ ਦੇ ਪ੍ਰਸਾਦ ਸਦਕਾ, ਗੁਰੂ ਦੀ ਕਿਰਪਾ ਸਦਕਾ, ਗੁਰੂ ਦੀ ਰਹਿਮਤ ਸਦਕਾ ਉਹਦੇ ਨਾਲ ਸਾਡਾ ਮਿਲਾਪ ਹੁੰਦਾ ਹੈ, ਜਿਸ ਦੀ ਗੱਲ ਗੁਰਦੇਵ ਜੀ ਬਾਣੀ ਦੁਆਰਾ ਸਾਡੇ ਨਾਲ ਸਾਂਝੀ ਕਰ ਰਹੇ ਹਨ। ਤੋ ਖੈਰ ਮਹਾਰਾਜ ਕਹਿੰਦੇ ਨੇ ਸੋ ਪੁਰਖ ਨਿਰੰਜਨ। ਸੋ ਦਾ ਅਰਥ ਹੈ ਉਹ, ਪੁਰਖ ਦਾ ਅਰਥ ਹੈ ਵਿਆਪਕ, ਨਿਰੰਜਨ ਦਾ ਅਰਥ ਕੀ ਹੈ? ਜਿਹੜਾ ਵਿਆਪਕ ਹੋ ਕੇ ਵੀ ਮਾਇਆ ਦੀ ਕਲ ਤੋਂ ਰਹਿਤ ਹੈ। ਕਿਹੜੇ ਕਮਾਲ ਦੇ ਮੋਤੀ ਨੇ। ਸੋ ਦਾ ਅਰਥ ਹੈ ਉਹ, ਪੁਰਖ ਦਾ ਅਰਥ ਹੈ ਵਿਆਪਕ। ਜਿਵੇਂ ਕਰਤਾ ਪੁਰਖ, ਜਿਵੇਂ ਆਪਾਂ ਪਹਿਲਾਂ ਵੀ ਗੱਲ ਸਾਂਝੀ ਕੀਤੀ ਸੀ ਕਿ ਦੁਨੀਆ ਦੀ ਹਰ ਵਸਤੂ ਦਾ ਕੋਈ ਨਾ ਕੋਈ ਕਰਤਾ ਹੁੰਦਾ ਹੈ। ਕੋਈ ਘਰ ਬਣਾਉਂਦਾ ਹੈ, ਉਹ ਘਰ ਦਾ ਕਰਤਾ ਹੈ। ਕੋਈ ਕੱਪੜੇ ਦੀ ਸਿਲਾਈ ਕਰਦਾ ਹੈ, ਕੋਈ ਕੱਪੜੇ ਨੂੰ ਤਿਆਰ ਕਰਦਾ ਹੈ। ਜਿਹੜੀ ਫੈਕਟਰੀ ਕੱਪੜੇ ਨੂੰ ਤਿਆਰ ਕਰਦੀ ਹੈ, ਜਿਹੜੀ ਮਿੱਲ ਹੈ ਕੱਪੜੇ ਨੂੰ ਤਿਆਰ ਕਰਦੀ, ਉਹ ਕੱਪੜੇ ਦੀ ਕਰਤਾ ਹੈ। ਜੇ ਕੋਈ ਗੱਡੀ ਕੰਪਨੀ ਤਿਆਰ ਕਰਦੀ ਹੈ ਤਾਂ ਉਹ ਗੱਡੀ ਬਣਾਉਣ ਦੀ ਕਰਤਾ ਹੈ। ਪਰ ਕੰਪਨੀ ਪੁਰਖ ਨਹੀਂ ਹੈ। ਉਹਨੂੰ ਇਹ ਨਹੀਂ ਪਤਾ ਵੀ ਕਿੰਨੀਆਂ ਗੱਡੀਆਂ ਚੱਲ ਰਹੀਆਂ ਨੇ। ਕੱਪੜਾ ਬਣਾਉਣ ਵਾਲੇ ਨੂੰ ਇਹ ਨਹੀਂ ਪਤਾ ਵੀ ਕਿੰਨਾ ਕੱਪੜਾ ਮਾਰਕੀਟ ਵਿੱਚ ਵਿਕ ਰਿਹਾ ਹੈ, ਕਿੰਨਾ ਫਟ ਚੁੱਕਾ ਹੈ। ਘਰ ਵਾਲੇ ਨੂੰ ਕੀ ਪਤਾ ਹੁਣ ਕਿੰਨੇ ਘਰ, ਹੁਣ ਉਹ ਘਰ ਜਿਹਨੂੰ ਮੈਂ ਬਣਾ ਕੇ ਦਿੱਤਾ ਸੀ ਹੁਣ ਉਹਦੇ ਕੋਲ ਹੈ ਕਿ ਅੱਗੇ ਕਿਸੇ ਨੂੰ ਸੇਲ ਕਰ ਦਿੱਤਾ ਉਹਨੇ। ਮੋਬਾਇਲ ਬਣਾਉਣ ਵਾਲੀ ਕੰਪਨੀ ਮੋਬਾਇਲ ਦਾ ਕਰਤਾ ਹੈ, ਪਰ ਉਹ ਪੁਰਖ ਨਹੀਂ ਹੈ। ਬਸ ਪਰਮਾਤਮਾ ਦੀ ਇਹ ਖਾਸੀਅਤ ਹੈ ਵੀ ਉਹ ਕਰਤਾ ਵੀ ਹੈ ਅਤੇ ਪੁਰਖ ਵੀ ਹੈ। ਪੁਰਖ ਮੀਨਿੰਗ ਵਿਆਪਕ, ਵਿੱਚ ਬੈਠਾ ਹੈ, ਸਾਡੇ ਨਾਲ ਹੈ, ਬਸ ਇੱਦਾਂ ਸਮਝਣਾ। ਤੋ ਗੁਰੂ ਪਾਤਸ਼ਾਹ ਇੱਥੇ ਬਖਸ਼ਿਸ਼ ਕਰਦੇ ਨੇ ਸੋ ਉਹ ਪੁਰਖ ਵਿਆਪਕ ਹੈ, ਉਹ ਪੁਰਖ ਵਿਆਪਕ ਹੈ ਅਤੇ ਨਿਰੰਜਨ। ਨਿਰੰਜਨ ਦਾ ਅਰਥ ਹੈ ਮਾਇਆ ਦੀ ਕਾਲ ਤੋਂ ਰਹਿਤ ਹੈ, ਵੀ ਵਿੱਚ ਹੋਣ ਦੇ ਬਾਵਜੂਦ ਵੀ ਉਹ ਦਾਗ ਤੋਂ ਰਹਿਤ ਹੈ। ਬਸ ਇਸ ਬਰੀਕੀ ਨੂੰ ਸਮਝਣ ਦੀ ਲੋੜ, ਜਿੱਥੇ ਸਾਡਾ ਸਮਾਜ ਉਲਝ ਰਿਹਾ ਹੈ। ਗੁਰੂ ਸਾਹਿਬ ਜੀ ਨੇ, ਆਪਾਂ ਪਿੱਛੇ ਜਪ ਬਾਣੀ ਦੇ ਜਦੋਂ ਆਪਾਂ 28, 29, 30 ਅਤੇ 31 4 ਪੌੜੀਆਂ ਦਾ ਪਾਠ ਕੀਤਾ ਪਿੱਛੇ ਜਪ ਬਾਣੀ ਦੇ ਵਿੱਚ, ਉੱਥੇ ਗੁਰਦੇਵ ਜੀ ਨੇ ਜਿਹੜੀਆਂ 28, 29, 30, 31 ਦੀਆਂ ਜਿਹੜੀਆਂ ਚਾਰੇ ਪੌੜੀਆਂ ਨੇ ਉਹਨਾਂ ਦੀਆਂ ਅਖੀਰਲੀਆਂ ਤੁਕਾਂ ਵੱਲ ਧਿਆਨ ਦਿਓ, ਜਿੱਥੇ ਗੁਰਦੇਵ ਜੀ ਕਹਿੰਦੇ ਨੇ ਆਦੇਸ਼ ਮੇਰੀ ਨਮਸਕਾਰ, ਤਿਸੈ ਆਦੇਸ਼, ਉਹਨੂੰ ਨਮਸਕਾਰ ਹੈ। ਆਦ ਅਨੀਲ, ਉੱਥੇ ਅਨੀਲ ਦਾ ਅਰਥ ਕਿ ਇਹ ਗੁਣ ਦੱਸੇ ਉਹਦੇ। ਆਦ ਅਰਥ ਹੈ ਜਿਹੜਾ ਮੁੱਢ ਤੋਂ ਹੈ, ਅਨੀਲ ਜਿਹੜਾ ਦਾਗ ਤੋਂ ਰਹਿਤ ਹੈ। ਦਾਗ ਤੋਂ ਰਹਿਤ ਤਾਂ ਹੀ ਹੈ ਵੀ ਬੰਦਿਆਂ ਵਿੱਚ ਤੇਰੇ ਬਹਿ ਕੇ ਉਹ ਨਿਰੰਜਨ ਹੈ। ਤੇਰੇ ਕੀਤੇ ਹੋਏ ਗੁਨਾਹਾਂ ਦਾ ਥੋੜ੍ਹਾ ਉਹਦਾ ਉਹ ਜ਼ਿੰਮੇਵਾਰ ਹੈ। ਜਿਵੇਂ ਕਾਨੂੰਨ ਹੈ, ਦੇਸ਼ ਦਾ ਕਾਨੂੰਨ ਸਾਰਿਆਂ 'ਤੇ ਲਾਗੂ ਹੁੰਦਾ ਹੈ, ਪਰ ਉਸ ਦੇਸ਼ ਦੇ ਕਾਨੂੰਨ ਵਿੱਚ ਜਿਹੜਾ ਬੰਦਾ ਅਪਰਾਧ ਕਰਦਾ ਉਹਦੀ ਜ਼ਿੰਮੇਵਾਰੀ ਦੇਸ਼ ਦੇ ਕਾਨੂੰਨ ਦੀ ਥੋੜ੍ਹਾ ਹੈ। ਉਹਦੀ ਜ਼ਿੰਮੇਵਾਰੀ ਤਾਂ ਬੰਦੇ ਦੀ ਆਪਣੀ ਹੈ ਨਾ। ਆਪਾਂ ਕਹਾਂਗੇ ਦੇਸ਼ ਦਾ ਕਾਨੂੰਨ ਸਾਰਿਆਂ 'ਤੇ ਲਾਗੂ ਹੁੰਦਾ, ਪਰ ਉਸ ਕਾਨੂੰਨ ਦੇ ਵਿੱਚ ਜ਼ਿੰਦਗੀ ਜਿਊਣ ਵਾਲਾ ਮਨੁੱਖ ਜੇ ਕੋਈ ਗੁਨਾਹ ਕਰਦਾ ਹੈ ਨਾ, ਉਹਦੀ ਜ਼ਿੰਮੇਵਾਰੀ ਖੁਦ ਆਪਣੀ ਮੰਨੀ ਜਾਣੀ ਹੈ। ਇੱਦਾਂ ਹੀ ਗੁਰੂ ਪਾਤਸ਼ਾਹ ਇੱਥੇ ਬਖਸ਼ਿਸ਼ ਕਰਦੇ ਨੇ ਸੋ ਪੁਰਖ ਨਿਰੰਜਨ। ਉੱਥੇ ਕਹਿਤਾ ਆਦ ਅਨੀਲ ਅਨਾਦ ਅਨਾਹਤ ਅਤੇ ਜੁਗ ਜੁਗ। ਜੁਗ ਜੁਗ ਮੈਨੂੰ ਹਰ ਸਮੇਂ ਇੱਕੋ ਵੇਸ, ਹਰ ਸਮੇਂ ਇੱਕੋ ਜਿਹਾ ਰਹਿੰਦਾ, ਉਤਰਾ ਚੜ੍ਹਾ ਨਹੀਂ ਆਉਂਦੇ। ਤੋ ਗੁਰੂ ਪਾਤਸ਼ਾਹ ਜੀ ਨੇ ਬਹੁਤ ਪਿਆਰੇ ਬਚਨ ਇੱਥੇ ਜਿਹੜੇ ਕੀਤੇ ਨੇ, ਬੜੀ ਪਿਆਰੀ ਵਿਚਾਰ ਜਿਹੜੀ ਹੈ ਉਹ ਦੇਣ ਦਾ ਯਤਨ ਕੀਤਾ ਹੈ। ਤੋ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸੋ ਪੁਰਖ ਨਿਰੰਜਨ। ਸੋ ਦਾ ਅਰਥ ਹੈ ਉਹ, ਪੁਰਖ ਦਾ ਅਰਥ ਕੀ ਹੈ ਵਿਆਪਕ, ਨਿਰੰਜਨ ਦਾ ਅਰਥ ਹੈ ਜਿਹੜਾ ਵਿੱਚ ਬੈਠ ਕੇ, ਕਿਉਂਕਿ ਅੰਜਨ ਦਾ ਅਰਥ ਹੈ ਸੁਰਮਾ, ਅੰਜਨ ਦਾ ਅਰਥ ਹੈ ਸੁਰਮਾ, ਅਤੇ ਨਿਰੰਜਨ ਦਾ ਅਰਥ ਹੈ ਜਿਹੜਾ ਕਾਲਖ ਦੇ ਵਿੱਚ ਰਹਿ ਕੇ ਵੀ ਕਾਲਖ ਤੋਂ ਰਹਿਤ ਹੈ। ਅਨੀਲ ਹੈ ਜਿਹੜਾ ਦਾਗ ਤੋਂ ਰਹਿਤ ਹੈ। ਤੋ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਗੁਰਦੇਵ ਜੀ ਕਹਿੰਦੇ ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਗਮ ਦਾ ਅਰਥ ਹੁੰਦਾ ਪਹੁੰਚ, ਗਮ ਦਾ ਅਰਥ ਹੈ ਪਹੁੰਚ, ਗੱਗਾ ਮਮਾ ਗਮ, ਗਮ ਇਨ ਪਹੁੰਚ, ਅਤੇ ਐੜਾ ਸ਼ਬਦ ਜਦੋਂ ਅੱਖਰ ਅੱਗੇ ਲੱਗ ਗਿਆ ਅਗਮਾ, ਭਾਵ ਜਿਹੜਾ ਸਾਡੀ ਪਹੁੰਚ ਤੋਂ ਪਰੇ ਹੈ। ਕਹਿੰਦੇ ਹਰ ਅਗਮਾ ਅਗਮ ਅਪਾਰਾ, ਜਿਹੜਾ ਸਾਡੀ ਪਹੁੰਚ ਤੋਂ ਪਰੇ ਹੈ, ਮਾਇਆ ਦੀ ਕਾਲ ਤੋਂ ਰਹਿਤ ਹੈ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ।
तो पातशाह इत्थे जिहड़ी बख्शिश भरिया बचन कर रहे हैं, कहते बैठा विच है पर माया की कालख तो रहत है। भी जिहड़े बंदे, क्योंकि अक्सर इस क्वेश्चन आउंदे ने भी जे रब सारियां विच वसदा है तो फिर बंदा चोरी क्यों करदा है। ये सवाल आम लोग करते हैं। जे बंदा रब सारे च वसदा फिर बंदा बलात्कार क्यों करता है, फिर बंदा डकैतियां क्यों करता है, बंदा फिर धोखे धड़ियां क्यों करता है, जे अंदर रब बैठा उन्हें रोकदा क्यों नहीं है। इस सवाल का जवाब इदा ही है जिवें देश का कानून, मान लो किसी कंट्री च कोई बैठा है बंदा, आप कहने भी देश का कानून कमाल का, भाई इत्थे कानून बड़ा कमाल का है, कानून वधिया है ना, कि उस कानून दे विच उस देश विच जेल नहीं हैगी, उस देश विच जेल नहीं हैगी, हैगी है, कैदी नहीं हैगे ने, उत्थे बेईमानी नहीं करते, करते हैं। जे एडा वधिया कानून है तो बेईमानी लोग क्यों करते हैं। जानी कि कानून तो वधिया है पर जिहड़ी बेईमानी वो तो मनुखी सुभाਅ च है ना, मनुखी सुभाਅ। हुण आपां इह कहिए लै एक कानून बंदे नूं चोरी करन तो रोकदा क्यों नहीं है, कानून सारिਆਂ ਲਈ लागू, हाँ कानून कहता चोरी कर ला, चोरी कर ला, पर हत्थ घड़ी जदों लगणी उदों ना चीकां मारी, तू ना कर कानून की पालना। सेम इदां ही है, सेम इदां ही है जो साडे अंदर चंगा ख्याल, इसे नूं निरंजन आख्या, बैठा विच है पर माया की कालख तो रहते। ये इस बरीकी नूं जोगी लोग समझ ना सके, तां ही वो परिवार छड्ड के चले गए। कहते जी वेखो जी माया की कालख है, इस करके असीं परिवार छड्ड के आ गए। तो गुरु साहब ने जिहड़ी इत्थे गल कीती, सो पुरख निरंजन हर पुरख निरंजन हर अगमा अगम अपारा, इहो एक सब तो वड्डी सच्चाई सी कि जिन्ने भी मत सन उन्होंने औरत नाल नफरत क्यों की। उन्होंने इंज लगा भी जो असीं विआह करा लिया, औरत आ गई घर च, फिर बच्चे हो गए, फिर तो जंजाल च पै गए, फिर रब नाल तो सांझ नहीं पैनी। बड़े बड़े मत इत्थों ही थड़के ने। गुरु नानक साहब जी ने इहो वहम चों समाज नूं कढण लई सब तो पहलां तुसीं वेखो, गुरु नानक साहब खुद गृहस्थी, 9 ਦੀਆਂ 9 पातशाहियां खुद गृहस्थी। कहते वेखो भाई परिवार जंजाल थोड़ा है, तुसीं की सोचदे हो परिवार छड्ड के डेरे चल जाओगे उत्थे जंजाल नहीं, उत्थे पुंवर ताप गेरू के बस्तरा अपदा का मारिया गृह ते नसता, देश छोड़ परदेसे धाया ते पंच चंडाल नाले लिया। वो 5 चंडाल तो इत्थे जाने ने, उन्हें ये थोड़ा भी घर च रहना है तो किसी डेरे च 5 चंडाल नहीं जाने, 5 चंडाल तो नाल जाने ने। जे लड़ाई गृहस्थी की घर च 2 भरावां दी है तो डेरियां च डांगा खड़की जांदियां ने, उत्थे जुत्तियों जुत्ती होई जांदे ने। जहाँ पे आप मनीए जी वेखो जी महापुरख बड़े शांति च ने, उत्थे तो लड़ाई है ही नहीं। एक मां बाबे कोल दूजे का नाम लैके वेखो, इक्के बाबे तो चलियां गद्दियां, इक्के डेरे तो चलियां गद्दियां, अगे 2-3 ने पग्गां, एक नूं पग बना बन दिंदे सहमति नाल, 3-4 उदां सिर ते मड़ासे मार लैंदे ने। उन्हां लागे तुसीं उस बाबे का नाम लैके वेखो, इक्के संप्रदा तो चले ने, लोग उत्थे शांति लैण जांदे ने। तो गृहस्थी बंदे की आप कहता जी लड़ाई है, गृहस्थी बंदा जंजाल है, तो उत्थे जंजाल सगों ज़्यादा है। गृहस्थी का जंजाल तो जे दायरे च है, 2-3 बच्चों तक होएगा, हद 4 तक हो जाएगा। त्यागी का जंजाल तो बहुत वड्डा है, बहुत वड्डा है। तो खैर इत्थे गुरुदेव जी कहते हैं, सो पुरख निरंजन हर पुरख निरंजन हर अगमा अगम अपारा, जिहड़ा पहुँच तो परे है, साडी ज्ञान इंद्रियां की पहुँच तो परे, भाव जिहड़ा अगम है, कहने लगे वो माया की कालख तो रहत बैठा विच ही है, पर साडे इल्जाम वो सिर नहीं आउंदे। हाँ जी उहदे नाल सांझ पावांगे फिर तो जीवन सुखी हो। तां ही आख्या ना हुक्मे अंदर सब को, हुक्मे अंदर सब को आ, बाहर हुक्म ना कोई। नानक हुक्मे जे बुझे, साडा जीवन का सचियारे बनता इक्को तरीका, उहदे हुक्म नूं बुझ ला, जीवन सौखा हो जाएगा। सो पुरख निरंजन हर पुरख निरंजन हर अगमा अगम अपारा। तो पातशाह जी ने जी गल कही, जो आप भगत नामदेव जी की बाणी पढ़ते हैं तो भगत नामदेव जी ने बहुत प्यारी गल अपनी बाणी में की है। भगत नामदेव जी फरमाते ने, कह लगे मलै, किन्ने प्यारे शब्द वरते हैं, कह लगे मलै ना लाछो पारमलो, पारमलियो बैठो री आई। कह लगे वो मालक नूं कोई मैल नहीं है, कोई दाग नहीं है, कहते कोई उसनूं दाग नहीं है। मलै ना लाछो पारमलो पारमलियो बैठो री आई, कहते वेखो किड्डी कमाल की गल, वो परमेश्वर दाग तो रहत है। तो इदां सारिਆਂ ਵਿੱਚ व्यापक है, जिवें फुੱਲ ਵਿੱਚ सुगंधी है। हुण फुੱਲ ਦੀ ਜਿਹੜੀ सुगंधी है ਉਹਦੀ ਆਪਾਂ पिक्चर उतार सकते हैं, सिर्फ महसूस कर सकते हैं, ਉਹਦੀ फोटो थोड़ा लाई जा सकती है। जे तुसीं कहो भी ਉਹਦੀ ਤੁਸੀਂ फोटो उतार लोगे, कहण लगे ਉਹਦੀ ਤੁਸੀਂ फोटो थोड़ा उतार सकते हैं। किन्ने प्यारे शब्द इत्थे ਜਿਹੜੇ भगत नामदेव जी ने अपनी बाणी ਵਿੱਚ वरते हैं। कहण लगे मले ना लाछो पारमलो पारमलियो बैठो री आई, कहते आवत किने ना पेखियो, ਉਹਨੂੰ जन्म लेंदिया किसी ने वेखिया? इदां को कहे जी परमेश्वर का जन्म होया, कहते आवत किने ना पेखियो। कह लगे
ਕਮਨੇ ਜਾਣੇ ਰੀ ਬਾਈ, ਕੋਈ ਨਹੀਂ ਜਾਣਦਾ ਉਹਦਾ ਰੂਪ ਕਿੱਦਾਂ, ਕੋਈ ਰੂਪ ਬਿਆਨ ਕਰ ਸਕਦਾ, ਕਿਉਂਕਿ ਬਾਣੀ 'ਚ ਲਿਖਿਆ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੇ ਗੁਣ ਤੇ ਪ੍ਰਭ ਭਿੰਨ। ਤੋ ਇਹ ਕਿੰਨੇ ਪਿਆਰੇ ਸ਼ਬਦ ਵਰਤੇ ਨੇ ਭਗਤ ਨਾਮਦੇਵ ਜੀ ਨੇ। ਤੋ ਇੱਥੇ ਜਿਹੜੀ ਗੱਲ ਗੁਰੂ ਰਾਮਦਾਸ ਮਹਾਰਾਜ ਕਰਦੇ ਨੇ ਉਹ ਬਾ ਕਮਾਲ ਹੈ। ਕਹਿਣ ਲੱਗੇ ਹਰ ਪੁਰਖ ਨਿਰੰਜਨ, ਕਹਿੰਦੇ ਉਹ ਹਰ ਪੁਰਖ ਨਿਰੰਜਨ ਹੈ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਕਹਿਣ ਲੱਗੇ ਉਹ ਬੈਠਾ ਵਿੱਚ ਹੈ ਪਰ ਮਾਇਆ ਦੀ ਕਾਲ ਤੋਂ ਰਹਿਤ। ਇਹੋ ਕੁਐਸਚਨ ਸਿੱਧ ਲੋਕਾਂ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ ਕੀਤਾ ਸੀ, ਜਿੱਦਾਂ ਲੋਕਾਂ ਨੇ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ, ਕਹਿੰਦੇ ਦੁਨੀਆ ਸਾਗਰ ਦੋ ਤਰ ਕਹੀ ਹੈ। ਕਿਉਂਕਿ ਜੋਗੀ ਲੋਕ ਆਪਣੇ ਪਰਿਵਾਰ ਛੱਡ ਕੇ ਜਾ ਕੇ ਸਮਾਜ ਤੋਂ ਵੱਖਰੇ ਹੋ ਗਏ, ਲੋਕਾਂ 'ਤੇ ਪ੍ਰਭਾਵ ਪਾਉਣ ਲਈ ਵੀ ਆਹ ਰਸਤਾ ਰੱਬ ਨੂੰ ਪਾਉਣ ਨਹੀਂ, ਆਹ ਰਸਤਾ ਰੱਬ ਨੂੰ ਪਾਉਣ ਦਾ। ਤਾਂ ਉਹਨਾਂ ਨੇ ਸਵਾਲ ਕੀਤਾ, ਕਹਿੰਦੇ ਦੁਨੀਆ ਸਾਗਰ ਦੁਤਰ ਕਹੀ ਹੈ, ਦੁਨੀਆ ਨਾ ਤਰਿਆ ਜਾਣ ਵਾਲਾ ਸਾਗਰ ਹੈ, ਕਿਉਂ ਕਰ ਪਾਈਏ ਪਾਰੋ। ਮੈਂ ਕਹਿੰਦਾ ਕਿੰਨੇ ਸਿਆਣੇ ਸੀ, ਕਿੰਨੇ ਸਵਾਲ ਉਹਨਾਂ ਨੇ ਕਮਾਲ ਦੇ ਕੀਤੇ। ਕਹਿੰਦੇ ਕਿ ਕਿਉਂ ਕਰ ਪਾਈਏ ਪਾਰੋ, ਕਿਵੇਂ ਪਾਰ ਲੰਘਿਆ ਜਾ ਸਕੇ। ਚਰਪਟ ਬੋਲੇ ਉਦੋਂ ਨਾਨਕ, ਚਰਪਟ ਜੋਗੀ ਕਹਿੰਦਾ ਦੇ ਸੱਚਾ ਵਿਚਾਰੋ, ਜੇ ਕੋਈ ਹੈ ਗੱਲ ਤੇ ਸਾਨੂੰ ਦੱਸ ਮਹਾਰਾਜ। ਮਹਾਰਾਜ ਕਹਿੰਦੇ ਆਪੇ ਆਖੇ ਆਪੇ ਸਮਝੇ ਤਿਸ ਕਿਆ ਉੱਤਰ ਦੀਜੈ। ਸਵਾਲ ਦਾ ਜਵਾਬ ਉਹਨੂੰ ਦਈਏ ਜਿਹਨੂੰ ਨਾ ਪਤਾ ਹੋਵੇ। ਤੁਹਾਨੂੰ ਤਾਂ ਸਾਰਾ ਪਤਾ ਹੈ, ਪਰ ਫਿਰ ਵੀ ਜੇ ਤੁਸੀਂ ਪੁੱਛਣਾ ਚਾਹੁੰਦੇ ਤੇ ਆਓ ਤੁਹਾਨੂੰ ਦੱਸ ਸਾਚ ਕਹੋ। ਸਾਚ ਕਹੋ ਦਾ ਅਰਥ ਹੈ ਸੱਚ ਨਾਲ ਜੁੜੋ। ਸਾਚ ਕਹੋ ਤੁਮ ਪਾਰ ਗ੍ਰਾਮੀ ਤੁਝ ਕਿਆ ਬੈਸਣ ਦੀਜੇ। ਸਾਚ ਕਹੋ ਤੁਮ ਪਾਰ ਗ੍ਰਾਮੀ, ਸੱਚ ਨਾਲ ਜੁੜ ਜਾਓ ਤੁਸੀਂ ਵੀ ਪਾਰ ਹੋ ਜਾਓਗੇ। ਪਾਰ ਹੋਣਾ ਕਿ ਤੂੰ ਬੁਰਾਈ ਤੋਂ ਬਚ ਜਾਓਗੇ। ਤੁਝ ਕਿਆ ਬੈਸਣ ਦੀਜੇ। ਫਿਰ ਉਹ ਪੁੱਛਣਗੇ ਜੀ ਕਿੱਦਾਂ, ਕਹਿੰਦੇ ਆਓ ਮੈਂ ਦੱਸਦਾ। ਜੈਸੇ ਜਲ ਮੇ ਕਮਲ ਨਿਰਾਲਮ, ਜਿਵੇਂ ਚਿੱਕੜ ਵਿੱਚ ਪਾਣੀ ਵਿੱਚ ਕਮਲ ਦਾ ਫੁੱਲ ਉੱਗਦਾ ਪਰ ਆਪਣੇ ਪੱਤਿਆਂ ਨੂੰ ਚਿੱਕੜ ਤੋਂ ਬਚਾ ਕੇ ਰੱਖਦਾ ਹੈ। ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾਈ ਨੈਸਾਣੇ, ਜਿਵੇਂ ਮੁਰਗਾਬੀ ਪਾਣੀ 'ਚ ਰਹਿ ਕੇ ਆਪਣੇ ਖੰਭਾਂ ਨੂੰ ਪਾਣੀ ਤੋਂ ਬਚਾ ਕੇ ਰੱਖਦੀ ਹੈ। ਸੁਰਤ ਸ਼ਬਦ ਭਵ ਸਾਗਰ ਤਰੀਏ। ਇੱਦਾਂ ਹੀ ਜਿਹੜਾ ਮੈਂ ਰਾਹ ਦੱਸ ਰਿਹਾ ਨਾ ਸਮਾਜ ਨੂੰ, ਵੀ ਸਿੱਖ ਨੇ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਨਾ ਹੈ, ਅਤੇ ਉਹ ਸੁਰਤ ਸ਼ਬਦ ਨਾਲ ਪਰਿਵਾਰ 'ਚ ਬਹਿ ਕੇ ਵੀ ਜੁੜ ਸਕਦੀ ਹੈ। ਇਹ ਜ਼ਰੂਰੀ ਥੋੜ੍ਹਾ ਵੀ ਉਹਦੇ ਵਾਸਤੇ ਪਰਿਵਾਰ ਛੱਡਣਾ ਪੈਣਾ, ਉਹਦੇ ਵਾਸਤੇ ਘਰ-ਬਾਰ ਤਿਆਗਣਾ ਪੈਣਾ, ਜੰਜਾਲ ਹੈ ਕੋਈ, ਨਾ ਨਾ ਨਾ। ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੈ ਰਹੇ ਇਕਾਂਤ ਏਕੋ ਮਨ ਵਸਿਆ। ਇਕਾਂਤ ਦਾ ਅਰਥ ਜੰਗਲ ਜਾਣ ਦੀ ਲੋੜ ਥੋੜ੍ਹਾ, ਤੁਸੀਂ ਘਰ 'ਚ ਰਹਿ ਕੇ ਵੀ ਇਕਾਂਤ ਦਾ ਅਰਥ ਕੀ ਸੀ, ਭਾਵ ਆਪਣੇ ਮਨ ਨੂੰ ਵਕਾਰਾਂ ਵਾਲੇ ਫੁਰਨਿਆਂ ਤੋਂ ਬਚਾ ਕੇ ਰੱਖੋ। ਇਹ ਜ਼ਰੂਰੀ ਨਹੀਂ ਹੈ ਵੀ ਤੁਸੀਂ ਘਰ ਵਿੱਚ ਮਨ ਨੂੰ ਵਕਾਰਾਂ ਵਾਲੇ ਫੁਰਨਿਆਂ ਤੋਂ ਨਹੀਂ ਬਚਾ ਸਕਦੇ, ਡੇਰੇ 'ਚ ਬਚਾ ਸਕਦੇ ਹੋ। ਡੇਰੇ ਸਗੋਂ ਜ਼ਿਆਦਾ ਵਕਾਰ ਆਉਂਦੇ ਹੋਣ, ਜੇ ਨਾ ਆਉਂਦੇ ਹੁੰਦੇ ਤੇ ਬਲਾਤਕਾਰਾਂ ਦੇ ਕੇਸ ਸਾਧਾਂ 'ਤੇ ਚੱਲਦੇ, ਜਿਨ੍ਹਾਂ ਨੂੰ ਲੋਕ ਰੱਬ ਕਹਿ ਕੇ ਪੂਜਦੇ। ਅਦਾਲਤਾਂ ਦੇ ਵਿੱਚ ਜੱਜ ਉਹਨੂੰ ਇਹ ਕਹਿ ਕੇ ਸਜ਼ਾ ਦਿੰਦਾ ਵੀ ਇਹ ਬੰਦਾ ਦੇ ਉੱਤੇ ਰੇਪ ਦਾ ਕੇਸ ਹੈ ਜੀ। ਆ ਲੜਕੀਆਂ ਨੇ ਬਿਆਨ ਦਿੱਤੇ ਨੇ, ਕਿੰਨੇ ਨੇ, ਕਈ ਜੱਗ ਜ਼ਾਹਰ ਹੋਏ ਤੇ ਕਈ ਅਜੇ ਤੱਕ ਨਹੀਂ ਹੋਏ। ਬਨਤਾ ਛੋੜ, ਮਹਾਰਾਜ ਕਹਿੰਦੇ ਬਨਤਾ ਛੋੜ ਬੱਧ ਨਦਰ ਪਰ ਨਾਰੀ। ਇਸਤਰੀ ਛੱਡ ਦਿੱਤੀ, ਦੂਜਿਆਂ ਦੀਆਂ ਔਰਤਾਂ ਤੇ ਮਾੜੀ ਨਿਗਰ। ਵੇਸ ਨਾ ਪਾਈਏ ਮਹਾਂ ਦੁਖਿਆਰੀ, ਗ੍ਰਹਿ ਤਜ ਬਨ ਖੜ ਜਾਈਏ ਚੁਣ ਖਾਈਏ ਕੰਦਾ। ਅਜੋ ਬਿਕਾਰ ਨਾ ਛੋੜੇ ਪਾਪੀ ਮਨ ਮੰਦਾ। ਕਿਉਂ ਛੂਟੋਂ ਕੈਸੇ ਤਰੋਂ ਭਵ ਜਲ ਨਿਧ ਭਾਰੀ। ਰਾਖ ਰਾਖ ਮੇਰੇ ਬੀਠਲਾ ਹਰ ਸ਼ਰਨ ਤੁਮਾਰੀ। ਬਾਣੀ ਨੂੰ ਪੜ੍ਹ ਕੇ ਤਾਂ ਵੇਖੋ ਸਮਝ ਆਉਂਦੀ ਹੈ। ਕਹਿਣ ਲੱਗੇ ਰਹੇ ਇਕਾਂਤ ਏਕੋ ਮਨ ਵਸਿਆ ਆਸਾ ਮਾਹੇ ਨਿਰਾਸੋ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਂ ਕਾ ਦੱਸ। ਤੇ ਭਗਤ ਨਾਮਦੇਵ ਜੀ ਨੇ ਵੀ ਇਹੋ ਗੱਲ ਜਿਹੜੀ ਆਪਣੀ ਬਾਣੀ ਵਿੱਚ ਕੀਤੀ। ਕਹਿਣ ਲੱਗੇ ਜਿਉਂ ਆਕਾਸ਼ੈ ਪੰਖੀ ਅਲੋ, ਜਿਵੇਂ ਆਕਾਸ਼ ਵਿੱਚ ਪੰਖੀ ਜਿਹੜਾ ਜਦੋਂ ਉੱਡਦਾ ਹੈ, ਉਹਦਾ ਕਿਸੇ ਨੇ ਰਸਤਾ ਵੇਖਿਆ ਰਾਹ। ਹੁਣ ਆਕਾਸ਼ ਵਿੱਚੋਂ ਪੰਛੀ ਉੱਡ ਕੇ ਆਵੇ, ਤੁਸੀਂ ਮੁੜ ਕੇ ਰਾਹ ਦੱਸੋ ਵੀ ਇੱਧਰੋਂ ਉੱਡ ਕੇ ਆਇਆ। ਆਕਾਸ਼ 'ਚੋਂ ਪੰਛੀ ਉੱਡਣ ਵਾਲੇ ਦਾ ਰਾਹ ਦਾ ਕਿੱਦਾਂ ਵੇਖਾਂਗੇ। ਜਿਉਂ ਆਕਾਸ਼ੈ ਪੰਖੀ ਅਲੋ, ਕਹਿਣ ਲੱਗੇ ਖੋਜ ਨਿਰੀਖਿਓ ਨਾ ਜਾਈ। ਉਹਦਾ ਰਾਹ ਤੁਸੀਂ ਇੱਦਾਂ ਦੱਸ ਸਕਦੇ ਹੋ, ਤੁਸੀਂ ਦੱਸ ਸਕਦੇ ਹੋ ਪੰਛੀ ਇੱਧਰੋਂ ਉੱਡ ਕੇ ਆਇਆ, ਉੱਤੇ ਰਾਹ ਉੱਡ ਕੇ ਆਇਆ, ਬਸ ਰਾਹ ਖਤਮ। ਪੰਛੀ ਨੂੰ ਪਤਾ ਕਿੱਧਰ ਦੀ ਉੱਡ ਕੇ ਆਇਆ। ਜਿਉਂ ਆਕਾਸ਼ੈ ਪੰਖੀ ਅਲੋ ਖੋਜ ਨਿਰੀਖਿਓ ਨਾ ਜਾਈ। ਜਿਉਂ ਜਲ ਮਾਝੈ ਮੱਛਲੋ, ਕਹਿਣ ਲੱਗੇ ਮਾਰਗ ਪੇਖਣ ਨਾ ਜਾਈ। ਹੁਣ ਜਦੋਂ ਮੱਛੀ ਸਮੁੰਦਰ 'ਚ ਤੈਰਦੀ ਹੈ, ਤੁਸੀਂ ਦੱਸ ਸਕਦੇ ਹੋ ਇੱਧਰੋਂ ਆਈ ਹੈ। ਉਹ ਬਸ ਜਿਉਂ-ਜਿਉਂ ਤੈਰਦੀ ਜਾਂਦੀ ਹੈ ਮਗਰ ਰਾਹ ਨਾਲ ਨਾਲ ਮਿਟਦਾ ਜਾਂਦਾ ਹੈ। ਕਹਿੰਦੇ ਭਲਿਓ ਇਹ ਦੁਨਿਆਵੀ ਉਦਾਹਰਨਾਂ ਦੇ ਦੇ ਕੇ ਸਮਝਾਇਆ। ਕਿੰਨੀ ਸੁਰਤ ਉਹਨਾਂ ਦੀ ਉੱਚੀ ਹੋਏਗੀ, ਕਿੰਨੇ ਉਹਨਾਂ ਦੇ ਕਮਾਲ ਦੇ ਵਿਚਾਰ ਹੋਣਗੇ। ਕਹਿੰਦੇ ਇੱਦਾਂ ਹੀ ਉਹ ਮਾਇਆ ਦੀ ਕਾਲ ਤੋਂ ਰਹਿ ਤੇ ਬੈਠਾ ਵਿੱਚ ਹੀ ਹੈ।
ਇਹ ਇਲਜ਼ਾਮ ਹੁਣ ਜਿਨ੍ਹਾਂ ਲੋਕਾਂ ਨੂੰ ਬਾਣੀ ਆਪ ਨਹੀਂ ਆਉਂਦੀ, ਆਪ ਬਾਣੀ ਦੀ ਸਮਝ ਨਹੀਂ, ਉਹ ਇੱਦਾਂ ਕਿ ਲੈ ਜੇ ਬੰਦੇ ਦੇ ਅੰਦਰ ਰੱਬ ਬੈਠਾ ਬੰਦੇ ਨੂੰ ਬੁਰੇ ਕੰਮ ਕਰਨ ਤੋਂ ਰੋਕਦਾ ਨਹੀਂ, ਤੇ ਇਹ ਕੁਐਸਚਨ ਉਹਨਾਂ ਦੇ ਵੀ ਢੁਕਦਾ ਹੈ। ਜੇ ਏਡੇ ਵਧੀਆ ਦੇਸ਼ ਵਿੱਚ, ਐਡੇ ਕਮਾਲ ਦੇ ਦੇਸ਼ ਵਿੱਚ, ਜਿੱਥੋਂ ਦਾ ਕਾਨੂੰਨ ਏਡਾ ਕਮਾਲ ਦਾ ਹੈ, ਉਸ ਦੇਸ਼ ਵਿੱਚ ਵਧੀਆ ਕਾਨੂੰਨ 'ਚ ਬੈਠੇ ਜੇ, ਤੇ ਫਿਰ ਵੀ ਠੱਗੀਆਂ ਬੇਈਮਾਨੀਆਂ ਕਿਉਂ ਹੋ ਰਹੀਆਂ ਨੇ? ਫਿਰ ਵੀ ਨਕਲੀ ਵੋਟਾਂ ਕਿੱਦਾਂ ਬਣ ਜਾਂਦੀਆਂ ਉੱਥੇ? ਫਿਰ ਵੀ ਕਿਉਂਕਿ ਐਡਾ ਵਧੀਆ ਦੇਸ਼ ਹੈ, ਉੱਥੇ ਤਾਂ ਨਕਲੀ ਵੋਟ ਬਣਨੀ ਨਹੀਂ ਚਾਹੀਦੀ, ਉੱਥੇ ਚੋਰੀਆਂ ਹੋਣੀਆਂ ਨਹੀਂ ਸੀ ਚਾਹੀਦੀਆਂ, ਉੱਥੇ ਠੱਗ ਬੇਈਮਾਨ ਹੋਣਾ ਨਹੀਂ ਸੀ ਚਾਹੀਦਾ, ਉੱਥੇ ਘਪਲੇਬਾਜ਼ੀਆਂ ਹੋਣੇ ਨਹੀਂ ਸੀ, ਕਿਉਂਕਿ ਫਿਰ ਕਾਨੂੰਨ ਰੋਕਦਾ ਨਹੀਂ। ਕਾਨੂੰਨ ਕਹਿੰਦਾ ਕਰ ਲਾ ਬੇਈਮਾਨੀ, ਜਦੋਂ ਮੇਰੇ ਰਿੜਕੇ ਆਇਆ ਮੈਂ ਤੈਨੂੰ ਸਜ਼ਾ ਦੇਵਾਂਗਾ। ਇੱਦਾਂ ਹੀ ਮਾਲਕ ਹੈ, ਕਹਿੰਦਾ ਕਰ ਭਾਈ, ਤੂੰ ਕਰ, ਜੋ ਕਰਨਾ ਤੇਰੀ ਮਰਜ਼ੀ ਹੈ। ਕਰਮ ਕਰਨ ਤੋਂ ਤੈਨੂੰ ਮੈਂ ਰੋਕ ਥੋੜ੍ਹਾ ਸਕਦਾ, ਪਰ ਕਰਮ ਕਰਨ ਤੋਂ ਬਾਅਦ ਤੇਰੀ ਆਜ਼ਾਦੀ ਖਤਮ। ਉਦੋਂ ਫਿਰ ਤੇਰੇ ਖੇਤ ਸਰੀਰ ਜੋ ਬੀਜਿਆ ਤੁਰੰਤ ਖਲੋਆਏ। ਬਸ ਇੱਦਾਂ ਚਿੱਤਰ ਰੱਖਣਾ। ਇੱਥੇ ਪਾਤਸ਼ਾਹ ਕਹਿੰਦੇ ਸੋ ਪੁਰਖ ਨਿਰੰਜਨ, ਉਹ ਸੋ ਦਾ ਅਰਥ ਹੈ ਉਹ ਪੁਰਖ, ਮੀਨਿੰਗ ਵਿਆਪਕ, ਨਿਰੰਜਨ ਵਿਆਪਕ ਹੋ ਕੇ ਵੀ ਮਾਇਆ ਦੀ ਕਾਲ ਤੁਰੇ ਤੇ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਤੋਂ ਅੱਗੇ ਬਖਸ਼ਿਸ਼ ਕਰਦੇ ਨੇ, ਸਭ ਧਿਆਵੇਂ ਸਭ ਧਿਆਵੇਂ ਤੁਧ ਜੀ ਹਰ ਸੱਚੇ ਸਿਰਜਣਹਾਰ। ਹੁਣ ਸਭ ਧਿਆਵੇਂ ਦਾ ਅਰਥ ਕੀ ਹੈ? ਸਾਰੀ ਪ੍ਰਕਿਰਤੀ ਵਿੱਚ ਇਹ ਜੀਵ ਉਹਦੇ ਹੁਕਮ 'ਚ ਆਉਂਦੇ ਨੇ। ਸਭ ਧਿਆਵੇਂ ਦਾ ਅਰਥ ਉਹਦੇ ਹੁਕਮ 'ਚ ਆਉਂਦੇ ਨੇ, ਭਾਵੇਂ ਮਨੁੱਖੀ ਸਰੀਰ ਹੈ, ਭਾਵੇਂ ਕਿਸੇ ਜੀਵ ਜੰਤੂ ਦਾ ਸਰੀਰ ਹੈ, ਤੇ ਭਾਵੇਂ ਆਪਾਂ ਦਰਖਤਾਂ ਦੀ ਗੱਲ ਕਰੀਏ, ਬਨਸਪਤੀ ਦੀ ਗੱਲ ਕਰੀਏ, ਸਭ ਉਹਦੇ ਹੁਕਮ 'ਚ ਨੇ, ਰਜਾ 'ਚ ਨੇ। ਇੱਕੋ ਮਨੁੱਖ ਹੈ। ਹੁਣ ਜੇ ਪਸ਼ੂ ਪੰਛੀ ਦਾ ਸਰੀਰ ਰਜਾ 'ਚ ਹੈ ਨਾ, ਉਹਦਾ ਮਨ ਵੀ ਰਜਾ 'ਚ ਹੀ ਹੈ। ਜਿੱਦਾਂ ਦਾ ਦਿਸਦਾ ਉੱਦਾਂ ਦਾ ਹੈ, ਜਿੱਦਾਂ ਦਾ ਉਹਨੂੰ ਪੈਦਾ ਕੀਤਾ ਉੱਦਾਂ ਦਾ। ਇੱਕੋ ਮਨੁੱਖ ਹੈ ਜਿਹਦਾ ਸਰੀਰ ਰਜਾ 'ਚ ਹੈ ਪਰ ਮਨ ਰਜਾ 'ਚ ਨਹੀਂ ਹੈ। ਉਹਦਾ ਜਿਸਮ ਰਜਾ 'ਚ ਹੈ। ਜਿਸਮ ਰਜਾ 'ਚ ਕਿੱਦਾਂ ਹੈ? ਬੁਢੇਪਾ ਵੀ ਆਉਣਾ ਹੈ, ਜਵਾਨੀ ਵੀ ਹੈ, ਜੇ ਖਾਂਦਾ ਹੈ ਭੋਗੰਗ ਤਾਂ ਰੋਗੰਗ ਵੀ ਹੈ, ਹਰਖੰਗ ਤਾਂ ਸੋਗੰਗ ਵੀ ਹੈ। ਇਹ ਰਜਾ 'ਚ ਆਉਂਦਾ ਹੈ ਵੀ ਜੇ ਤੂੰ ਭੋਗਿਆ ਤੇ ਰੋਗ ਵੀ ਲੱਗੇਗਾ, ਇਹ ਰਜਾ 'ਚ ਹੈ। ਪਰ ਮਨ ਰਜਾ 'ਚ ਨਹੀਂ ਹੈ, ਮਨ ਰਜਾ 'ਚ ਨਹੀਂ ਹੈ। ਤਨ ਰਜਾ 'ਚ ਹੈ, ਤਨ ਦੇ ਉੱਤੇ ਹੁਕਮ ਲਾਗੂ ਹੋ ਰਿਹਾ ਹੈ, ਮਨ ਦੇ ਉੱਤੇ ਹੁਕਮ ਲਾਗੂ ਨਹੀਂ ਹੋ ਰਿਹਾ। ਮਨ ਹੁਕਮ ਤੋਂ, ਹੁਕਮ ਦੀਆਂ ਰੱਸੀਆਂ ਤੜਾ ਤੜਾ ਕੇ ਭੱਜਦਾ। ਤਾਂ ਹੀ ਤੇ ਕਹਿਣਾ ਪੈਂਦਾ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਖਸਮ ਵਿਸਾਰ ਕੀਏ ਰਸ ਭੋਗ। ਖਸਮ ਨੂੰ ਭੁਲਾ ਕੇ, ਹੁਣ ਰਸ ਤੇ ਮਨ ਹੀ ਕਰਦਾ ਹੈ ਨਾ, ਖਾਂਦਾ ਮੂੰਹ ਹੈ, ਪਰ ਕਹਿੰਦਾ ਤੇ ਮਨ ਹੀ ਹੈ ਨਾ ਵੀ ਉਹ ਖਾਣੀ ਚੀਜ਼, ਉਹ ਚਾਹੀਦਾ। ਮਨ ਨਹੀਂ ਕਹਿੰਦਾ। ਹੁਣ ਬੰਦੇ ਨੂੰ ਪਤਾ ਵੀ ਹੁੰਦਾ ਵੀ ਇੱਕ ਗੁਰਦਾ ਖਰਾਬ ਹੋ ਚੁੱਕਾ ਨਸ਼ੇ ਨਾਲ, ਪਤਾ ਹੈ ਨਾ, ਪਰ ਉੱਥੇ ਕੌਣ ਕਰਦਾ? ਮਨ ਕਰਦਾ। ਪੀਣੀ ਮੂੰਹ ਨੇ ਹੈ, ਜਾਣੀ ਅੰਦਰ ਹੈ, ਪਰ ਕਰਦਾ ਤੇ ਮਨ ਹੀ ਹੈ ਨਾ। ਮਨ ਕਰ ਆਇਆ, ਵੇਖ ਕੇ ਡਿੱਗ ਪਈਆਂ ਲਾਲਾਂ, ਨਹੀਂ ਇੱਦਾਂ ਮਨ ਨੇ ਕੀਤਾ ਨਾ। ਹੁਣ ਲਿਖਿਆ ਉੱਥੇ ਖਸਮ ਵਿਸਾਰ ਕੀਏ ਰਸ ਭੋਗ। ਖਸਮ ਨੂੰ ਭੁਲਾ ਕੇ, ਖਸਮ ਕੀ ਸੀ? ਸੱਚ। ਸੱਚ ਨੂੰ ਭੁਲਾ ਕੇ, ਨੇਮ ਨੂੰ ਭੁਲਾ ਕੇ, ਮਰਿਆਦਾ ਨੂੰ ਭੁਲਾ ਕੇ, ਰਜਾ ਨੂੰ ਭੁਲਾ ਕੇ। ਖਸਮ ਮੀਨਿੰਗ ਰਜਾ, ਸੱਚ ਨੂੰ ਭੁਲਾ ਕੇ। ਖਸਮ ਵਿਸਾਰ ਕੀਏ ਰਸ ਭੋਗ। ਕੀ ਲਿਖਿਆ ਕਿ ਤਾਂ ਤਨ ਉੱਠ ਖਲੋਏ ਰੋਗ। ਭੁਲਾਈ ਮੰਨੇ ਰਜਾ ਤੇ ਸਜ਼ਾ ਤਨ ਨੂੰ ਮਿਲੀ, ਤਾਂ ਤਨ ਉੱਠ ਖਲੋਏ ਰੋਗ। ਤਨ ਦੇ ਉੱਤੇ ਰੋਗ ਆ ਗਏ ਨਾ, ਮਨ ਦੇ ਕੋ ਮਿਲੇ ਸਜਾਏ। ਹੁਣ ਰੋਗ ਮਨ ਤੇ ਆਏ, ਰੋਗ ਤਨ ਤੇ ਆਏ, ਤੇ ਕਲਪਦਾ ਕੌਣ ਹੈ ਭਲਾ? ਜਦੋਂ ਕਿਸੇ ਦੀ ਮੰਨ ਲਓ, ਕਿਸੇ ਨੂੰ ਮੰਨ ਲਓ ਕੋਈ ਭਿਆਨਕ ਬਿਮਾਰੀ ਲੱਗਦੀ ਹੈ, ਗੁਰਦਾ ਖਰਾਬ ਹੁੰਦਾ, ਕੋਈ ਅੰਦਰ ਨਾਸੂਰ ਜ਼ਖਮ ਬਣ ਜਾਂਦੇ ਆ, ਕੋਈ ਅੰਦਰ ਪ੍ਰੋਬਲਮ ਆਉਂਦੀ ਹੈ, ਤੜਫਦਾ ਕੌਣ ਹੈ? ਤੜਫਦਾ ਤੇ ਮਨ ਹੀ ਹੈ ਨਾ। ਦੇਖੋ ਕਿੰਨੀ ਸਾਂਝ ਹੈ। ਕਹਿੰਦੇ ਕਿ ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਮਨ ਨੇ ਸੱਚ ਨੂੰ ਭੁਲਾਇਆ ਤੇ ਰੋਗ ਤਨ ਤੇ ਆ ਗਏ। ਅੱਗੇ ਕੀ ਲਿਖਿਆ? ਮਨ ਅੰਧੇ ਕੋ ਮਿਲੇ ਸਜਾਏ। ਹੁਣ ਕਹਿੰਦੇ ਵੇਖ ਮਨਾ, ਜੇ ਤੂੰ ਉਹਦੀ, ਹੁਣ ਤਨ ਰਜਾ 'ਚ ਸੀ, ਤੂੰ ਰਜਾ 'ਚ ਸੀ, ਜੇ ਤੂੰ ਰਜਾ ਤੋੜੀ ਹੈ ਤੇ ਹੁਣ ਤੂੰ ਸਜ਼ਾ ਦੀ ਤਿਆਰੀ ਰੱਖ। ਹੁਣ ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲਾ ਦਾਰੂ ਲਾਏ। ਹੁਣ ਇੱਥੇ ਕੀ ਕਹਿੰਦੇ ਨੇ? ਸਭ ਧਿਆਵੇਂ, ਸਾਰੇ ਉਹਦੀ ਰਜਾ 'ਚ ਨੇ। ਇੱਕ ਮਨੁੱਖੀ ਮਨ ਜਿਹੜਾ ਰਜਾ 'ਚ ਨਹੀਂ ਹੈ। ਜੇ ਮਨੁੱਖੀ ਮਨ, ਕਿਉਂਕਿ ਇਸੇ ਬੰਦ ਵਿੱਚ ਅੱਗੇ ਜਾ ਕੇ ਗੁਰੂ ਰਾਮਦਾਸ ਪਿਤਾ ਮਹਾਰਾਜ ਨੇ ਗੱਲ ਕਲੀਅਰ ਕਰਤੀ ਹੈ। ਕਹਿੰਦੇ ਨੇ ਸਭ ਧਿਆਵੇਂ ਤੁਧ ਜੀ ਹਰ ਸੱਚੇ ਸਿਰਜਣਹਾਰਾ। ਉਹ ਸੱਚਾ ਸਾਰੀ ਕਾਇਨਾਤ ਨੂੰ ਆਪ ਸਿਰਜਣ ਵਾਲਾ ਹੈ। ਅੱਗੇ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਸਭ ਜੀ ਤੁਮਾਰੇ ਜੀ। ਕਹਿਣ ਲੱਗੇ ਤੂੰ ਜੀਆਂ ਕਾ ਦਾਤਾਰਾ। ਸਭ ਜੀ ਤੁਹਾਡੇ ਨੇ, ਤੁਸੀਂ ਜੀਆਂ ਦੇ ਦਾਤਾਰ ਜੀ। ਹੁਣ ਮਾਲਕ ਕਿਹੜੀ ਚੀਜ਼ ਦਾ ਦਾਤਾਰ ਹੈ? ਆਹ ਚੇਤਾ ਰੱਖਿਓ। ਆਪਾਂ ਬਾਣੀ ਵਿੱਚ ਪਹਿਲਾਂ ਵੀ ਪੜ੍ਹ ਆਏ ਹਾਂ ਕਿ ਤੁਮ ਦਾਤੇ ਠਾਕੁਰ ਪ੍ਰਤਪਾਲਕ। ਸਾਡੇ ਕਈ ਕਹਿਣਗੇ ਅਸੀਂ ਤੇ ਰੱਬ ਦੇ ਵੀ ਮੰਗਤੇ ਨਹੀਂ ਹੈ ਜੀ। ਕਿਉਂ ਨਹੀਂ ਮੰਗਤੇ ਬਈ? ਅਸੀਂ ਤੇ ਰੱਬ ਦੇ ਮੰਗਤੇ ਹਾਂ। ਬਾਣੀ 'ਚ ਲਿਖਿਆ ਬਾਰ-ਬਾਰ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ।
ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਕਾਹਦੇ? ਅਸੀਂ ਉਹਦੇ ਕੋਲੋਂ ਗੁਣਾਂ ਦੀ ਦਾਤ ਲੈਣੀ ਹੈ। ਉਹ ਗੁਣਾਂ ਦਾ ਦਾਤਾ ਹੈ। ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਅੱਗੇ ਕੀ ਜੀ ਭਲਾ? ਜੀ ਸਗਲ ਕੋ ਦੇ ਦਾਨ। ਉਹ ਚੀਜ਼ ਦੀ ਦਾਤ ਉਹਦੇ ਕੋਲ ਲੈਣੀ ਹੈ ਜਿਹਦੇ ਨਾਲ ਮੈਂ ਸਚਿਆਰਾ ਵਾਲਾ ਜੀਵਨ ਆਪਣੀ ਜ਼ਿੰਦਗੀ 'ਚ ਬਣਾ ਸਕਾਂ। ਕਿੰਨੇ ਸ਼ਬਦ ਵਰਤੇ ਨੇ? ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ ਹਮ ਦੀਨ। ਤੁਮ ਜੁਗ ਜੁਗ ਦਾਤੇ ਸ਼ਬਦੈ ਦੇਹ ਬੁਝਾਈ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਉਧਾਰੇ। ਦੱਦਾ ਦਾਤਾ ਏਕ ਹੈ। ਕਾਹਦਾ ਦਾਤਾ ਹੈ? ਵੱਖਰੀ ਗੱਲ ਹੈ, ਅਸੀਂ ਆਟੇ ਦਾਲ ਤੋਂ ਗਾਹ ਨਹੀਂ ਜਾ ਰਹੇ। ਇਹ ਵੱਖਰੀ ਗੱਲ ਹੈ ਕਿ ਉਹ ਦਾਤਾ ਕਾਹਦਾ ਸੀ? ਗੁਣਾਂ ਦਾ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ। ਉਹ ਜਿਵੇਂ ਮਾਂ ਨਹੀਂ ਬੱਚੇ ਨੂੰ ਪਾਲਦੀ, ਇੱਦਾਂ ਉਹ ਸੱਚ ਮਾਲਕ ਸਾਨੂੰ ਇੱਦਾਂ ਪਾਲਦਾ ਜਿਵੇਂ ਅਸੀਂ ਉਹਦੇ ਬੱਚੇ ਹੋਈਏ। ਮਾਂ ਬੱਚੇ ਨੂੰ ਕੀ ਦਿੰਦੀ ਹੈ? ਦੁੱਧ ਦਿੰਦੀ ਹੈ, ਖੁਰਾਕ ਦਿੰਦੀ ਹੈ। ਸਾਨੂੰ ਇੱਥੇ ਮਾਲਕ ਦਾਤਾ ਕੀ ਖੁਰਾਕ ਦਿੰਦਾ? ਗੁਣਾਂ ਦੀ ਖੁਰਾਕ ਦਿੰਦਾ ਹੈ। ਜੀ ਮਿਲਦੇ ਨੇ। ਬਾਣੀ 'ਚ ਲਿਖਿਆ, ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ। ਅੱਗੇ ਕੀ ਭਲਾ ਪੜੋ? ਹਮ ਨਿਰਗੁਣ ਤੂੰ ਦਾਤਾ। ਕਾਹਦਾ ਦਾਤਾ? ਵੀ ਮੇਰੇ 'ਚ ਮੈਲ ਹੈ, ਤੁਸੀਂ ਮੈਲ ਕੱਟਣ ਦੀ ਦਵਾਈ ਦਿੰਦੇ ਜੇ ਮੈਨੂੰ। ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ। ਅਸੀਂ ਉਸ ਮਾਲਕ ਦੇ ਭਿਖਾਰੀਆਂ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਬਸ ਦਾਤ ਕਾਹਦੀ ਮੰਗਣੀ? ਗੁਣਾਂ ਦੀ ਦਾਤਾ, ਜਿਹਦੇ ਨਾਲ ਮੈਂ ਸਚਿਆਰਾ ਬਣ ਸਕਾਂ, ਜਿਹਦੇ ਨਾਲ ਮੇਰਾ ਵਧੀਆ ਜੀਵਨ ਬਣ ਸਕੇ, ਮੈਂ ਜ਼ਿੰਦਗੀ ਜਿਉਣ ਦਾ, ਆਪਣੀ ਜ਼ਿੰਦਗੀ ਦੇ ਵਿੱਚ ਵਧੀਆ ਇਨਸਾਨ ਬਣ ਸਕਾਂ, ਤਾਂ ਕਿ ਜ਼ਿੰਦਗੀ ਜਿਉਣ ਦਾ ਮੈਨੂੰ ਪਤਾ ਲੱਗ ਸਕੇ। ਪਾਤਸ਼ਾਹ ਕਿੰਨੇ ਪਿਆਰੇ ਬਚਨ ਕਹਿ ਰਹੇ ਨੇ, ਕਿੰਨੀ ਪਿਆਰੀ ਸਿੱਖਿਆ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ ਗੁਰਦੇਵ ਪਿਤਾ ਮਹਾਰਾਜ। ਕਹਿੰਦੇ ਨੇ ਉਹ ਸਾਰਿਆਂ ਜੀਵਾਂ ਦਾ ਦਾਤਾ ਹੈ। ਕਹਿੰਦੇ ਸਭ ਜੀ ਤੁਮਾਰੇ। ਹੁਣ ਜੀ, ਸਭ ਜੀ ਤੁਮਾਰੇ, ਜੀ ਤੂੰ ਜੀਆਂ ਕਾ ਦਾਤਾਰਾ। ਸਭ ਜੀ ਤੁਹਾਡੇ ਨੇ, ਤੁਸੀਂ ਜੀਆਂ ਦੇ ਦਾਤੇ ਹੋ। ਕਾਹਦੇ ਦਾਤੇ ਹੋ? ਗੁਣਾਂ ਦੇ ਦਾਤੇ ਹੋ, ਚੰਗਿਆਈ ਦੇ ਦਾਤੇ ਹੋ। ਅਸੀਂ ਤੁਹਾਡੇ ਕੋਲੋਂ ਗੁਣਾਂ ਦੀ ਦਾਤ ਲੈਣੀ ਹੈ। ਤੋ ਅੱਗੇ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਸਭ ਧਿਆਵੇਂ। ਹੁਣ ਉੱਤੇ ਆਖਿਆ ਨਾ ਕਿ ਸਭ ਤੁਹਾਨੂੰ ਧਿਆਉਂਦੇ ਨੇ, ਸਭ ਤੁਹਾਨੂੰ ਧਿਆਉਂਦੇ ਨੇ। ਉਹਦਾ ਅਰਥ ਸੀ ਸਾਰੇ ਤੁਹਾਡੀ ਰਜਾ 'ਚ ਨੇ। ਇੱਥੇ ਲਿਖਿਆ ਸਭ ਧਿਆਵੇਂ, ਸਭ ਧਿਆਵੇਂ। ਕਿੰਨੇ ਪਿਆਰੇ ਸ਼ਬਦ ਵਰਤੇ। ਕਹਿੰਦੇ ਹਰ ਧਿਆਵੋ ਸੰਤੋ ਜੀ, ਹੇ ਸੰਤ ਜਨੋ ਉਹਨੂੰ ਧਿਆਓ। ਕਿਹਨੂੰ? ਜਿਹਦੀ ਰਜਾ ਵਿੱਚ ਸਾਰਾ ਸੰਸਾਰ ਹੈ, ਜਿਹਦੀ ਰਜਾ ਸਾਰੇ ਜੀਵ ਜੰਤੂ ਨੇ। ਵੇਖੋ ਬਾਣੀ 'ਚ ਨਾ ਜਦੋਂ ਸਿਮਰਨ ਦੀ ਡੈਫੀਨੇਸ਼ਨ ਦੱਸੀ ਹੈ, ਉਹ ਬੜੀ ਪਿਆਰੀ ਹੈ। ਕਾਸ਼ ਕਿਤੇ ਅਸੀਂ ਬੰਦਿਆਂ ਨੂੰ ਪੁੱਛਣ ਦੀ ਬਜਾਏ, ਦੇਹਧਾਰੀਆਂ ਨੂੰ ਪੁੱਛਣ ਦੀ ਬਜਾਏ, ਤੇ ਅਸੀਂ ਗੁਰੂ ਨੂੰ ਪੁੱਛੀ ਹੁੰਦੀ ਤੇ ਗੱਲ ਕਲੀਅਰ ਹੋ ਜਾਣੀ ਸੀ। ਹੁਣ ਗੁਰੂ ਸਾਹਿਬ ਨੇ ਸਿਮਰਨ ਦੀ ਕਿੰਨੀ ਪਿਆਰੀ ਡੈਫੀਨੇਸ਼ਨ ਦਿੱਤੀ ਹੈ। ਕਹਿੰਦੇ ਪੌਣ ਪਾਣੀ ਪੈ ਸੰਤਰੋ। ਧਿਆਨ ਨਾਲ ਸੁਣਿਓ ਗੱਲ ਨੂੰ। ਹੁਕਮ ਕਰੇ ਭਗਤੀ। ਹੁਣ ਇੱਥੇ ਸ਼ਬਦ ਵਰਤਿਆ ਭਗਤੀ। ਪੌਣ ਹਵਾ, ਪਾਣੀ, ਬੈ ਸੰਤਰੋ, ਹੁਕਮ ਕਰੇ ਭਗਤੀ। ਇਹ ਤਿੰਨੇ ਤੱਤ, ਇੱਦਾਂ ਕਹਿ ਲਓ ਤਿੰਨੇ ਰੱਬ ਦੀਆਂ ਸ਼ਕਤੀਆਂ, ਇਹ ਤਿੰਨੇ ਤੱਤ ਭਗਤੀ ਕਰ ਰਹੇ ਨੇ। ਹੁਣ ਵੇਖਿਓ, ਹਵਾ ਨੂੰ ਕਿਸੇ ਨੇ ਮਾਲਾ ਫੇਰਦੇ ਵੇਖਿਆ? ਪਾਣੀ ਨੂੰ ਕਿਸੇ ਨੇ ਮਾਲਾ ਫੇਰਦੇ ਵੇਖਿਆ ਹੋਵੇ? ਪਾਣੀ ਨੂੰ ਕਿਸੇ ਨੇ ਸਮਾਧੀ ਲਾਉਂਦੇ ਵੇਖਿਆ ਹੋਵੇ? ਅੱਗ, ਇਹ ਕਿੱਦਾਂ ਭਗਤੀ ਕਰ ਰਹੇ ਨੇ? ਕਿਉਂਕਿ ਇਹ ਤਿੰਨੇ ਤੱਤ ਉਹਦੀ ਰਜਾ 'ਚ ਨੇ। ਹਵਾ ਹੈ, ਆਕਸੀਜਨ ਹੈ, ਸਾਨੂੰ ਮਿਲਦੀ ਹੈ। ਜੇ 1 ਸੈਕਿੰਡ ਸਾਨੂੰ ਆਕਸੀਜਨ ਨਾ ਮਿਲੇ ਤੇ ਹਮ ਆਦਮੀ ਹਾਂ ਇੱਕਦਮ। ਹੁਣ ਜੇ ਹਵਾ ਕਵੇ ਰੱਬ ਜੀ ਮੈਂ ਤੁਹਾਡਾ ਬੜਾ ਸਿਮਰਨ ਕਰ ਲਿਆ, ਹੁਣ ਮੈਨੂੰ ਅੱਧਾ ਘੰਟਾ ਰੈਸਟ ਕਰ ਲੈਣ ਦਿਓ, ਯਾਨੀ ਅੱਧਾ ਘੰਟਾ ਦੁਨੀਆ ਤੋਂ ਆਕਸੀਜਨ ਮੁੱਕ ਜਾਏ, ਕੀ ਹੋਏਗਾ ਭਲਾ ਦੁਨੀਆ 'ਤੇ? ਸੋਚੋ ਭਲਾ, ਪੜ੍ਹੇ ਲਿਖੇ ਵੀਰ ਭੈਣਾਂ ਘਰ ਬੈਠੇ ਜੀ ਤੁਸੀਂ, ਦੁਨੀਆ 'ਤੇ ਕੀ ਹੋਏਗਾ ਭਲਾ? ਬੰਦਾ ਰੋਟੀ ਦਾ ਵਰਤ ਰੱਖ ਸਕਦਾ ਹੈ ਵੀ ਮੈਂ ਮਹੀਨਾ ਨਹੀਂ ਖਾਣੀ, ਮਰਨ ਵਰਤ 'ਤੇ ਬੈਠਾ। ਪਾਣੀ ਤੋਂ ਥੋੜ੍ਹਾ, ਪਾਣੀ ਵੀ ਕਿਤੇ ਥੋੜ੍ਹੇ ਟਾਈਮ ਲਈ ਬੰਦਾ कसਦਾ ਮੈਂ ਘੰਟਾ 2 ਘੰਟੇ ਨਹੀਂ ਪੀਣੀ। ਪਰ ਇਸ ਸਵਾਸ ਦਾ ਵੀ ਵਰਤ ਰੱਖ ਸਕਦਾ ਭਲਾ? ਸਾਹ ਲੈਣ ਦਾ ਵਰਤ ਰੱਖ ਸਕਦਾ ਵੀ ਹੁਣ ਮੈਂ ਸਵਾਸ ਨਹੀਂ ਲੈਣੇ? ਹਮ ਆਦਮੀ ਹੈ ਇੱਕਦਮ ਹੀ। ਹੁਣ ਸੁਣਿਓ ਧਿਆਨ ਨਾਲ, ਸਰੀਰ ਹਵਾ ਜਿਉਂਦੀ ਰੱਖ ਰਹੀ ਹੈ ਸਾਨੂੰ, ਉਹਦਾ ਆਲਰੇਡੀ ਸਿਮਰਨ ਕਰ ਰਹੀ ਹੈ। ਪਾਣੀ, ਸਾਡੀ ਬੋਡੀ ਤਿੰਨੇ ਚੀਜ਼ਾਂ ਹੈਗੀਆਂ, ਸਾਡੇ ਸਰੀਰ 'ਚ ਤਿੰਨੇ ਚੀਜ਼ਾਂ। ਹਵਾ ਵੀ ਹੈਗੀ ਹੈ, ਪਾਣੀ ਵੀ ਹੈਗਾ। 4 ਦਸਤ ਬੰਦੇ ਨੂੰ ਲੱਗ ਜਾਣ, ਡਾਕਟਰ ਨਹੀਂ ਕਹਿੰਦੇ ਪਾਣੀ ਦੀ ਘਾਟ ਪੈ ਗਈ ਹੈ, ਪਾਣੀ ਘਟ ਗਿਆ, ਇਹਨੂੰ ਡਾਕਟਰ ਕੋਲ ਲੈ ਕੇ ਜਾਓ, ਇਹਨੂੰ ਗਲੂਕੋਜ਼ ਚੜਾਓ, ਇਹਨੂੰ ਪਾਣੀ ਦੀ ਕਮੀ ਆ ਗਈ ਇਹਦੇ ਅੰਦਰ। ਅੱਗ ਵੀ ਹੈਗੀ ਹੈ। ਅੱਤ ਦੀ ਸਰਦੀ 'ਚ, ਅੱਤ ਦੀ ਠੰਡ ਵਿੱਚ ਤੁਸੀਂ
ਦੇਸੀ ਘਿਓ ਆਪਣੀ ਹੱਥ ਦੀ ਤਲੀ 'ਤੇ ਰੱਖੋ, ਪਿਘਲਣਾ ਸ਼ੁਰੂ ਹੋ ਜਾਂਦਾ ਹੈ। ਉਹ ਕੌਣ ਪਿਘਲਾਉਂਦਾ ਇਹਨੂੰ? ਤੁਹਾਡੇ ਹੱਥ ਦੀ ਹੀਟ, ਗਰਮੈਸ਼, ਅੰਦਰ ਹੀਟ ਹੈ, ਅੱਗ ਹੈ। ਖਾਣਾ ਖਾਂਦੇ ਹਾਂ ਆਪਾਂ, ਆਪਣੇ ਅੰਦਰ ਅੱਗ ਹੈ। ਤੁਸੀਂ ਵੇਖੋ, ਆਪਾਂ ਸਰਦੀਆਂ ਜਦੋਂ ਹਵਾ ਲੈਂਦੇ, ਸਵਾਸ ਲੈਂਦੇ ਹਾਂ, ਹੁਣ ਬਾਹਰ ਦਾ ਟੈਂਪਰੇਚਰ ਘੱਟ ਹੁੰਦਾ, ਅੰਦਰ ਦਾ ਟੈਂਪਰੇਚਰ ਜ਼ਿਆਦਾ ਹੁੰਦਾ ਹੈ, ਸਾਡੀ ਮੂੰਹ 'ਚੋਂ ਹਵਾੜ ਬਾਹਰ ਦਿਸਦੀ ਹੈ। ਹੁਣ ਗਰਮੀਆਂ 'ਚ ਕਿਉਂ ਦਿਸਦੀ? ਕਿਉਂਕਿ ਬਾਹਰ ਗਰਮੀ ਜ਼ਿਆਦਾ ਹੈ। ਸਰਦੀਆਂ, ਜਿਉਂ ਹੀ ਸਰਦੀਆਂ ਪੈਣ ਲੱਗਦੀਆਂ, ਦਸੰਬਰ ਜਨਵਰੀ ਦੇ ਮਹੀਨੇ 'ਚ ਆਪਾਂ ਜਦੋਂ ਹਵਾੜ ਲੈਂਦੇ, ਗੱਡੀਆਂ ਦਾ ਧੂੰਆਂ ਵੀ ਦੂਰ ਦੂਰ ਤੱਕ ਦਿਸਦਾ ਹੈ, ਸਾਡੇ ਮੂੰਹ ਦੀ ਹਵਾੜ ਵੀ ਦਿਸਦੀ ਹੈ। ਕਿਉਂ? ਕਿਉਂਕਿ ਇੱਕਦਮ ਅੰਦਰ ਹੀਟ ਹੈ ਨਾ। ਇੱਕ ਹੋਰ ਸੌਖੀ ਉਦਾਹਰਨ ਦੇਵਾਂ, ਜਿੰਨਾ ਮਰਜ਼ੀ ਠੰਡਾ ਪਾਣੀ ਤੁਸੀਂ ਆਪਣੇ ਮੂੰਹ ਵਿੱਚ ਹੋਲਡ ਕਰ ਲਓ, ਇੱਦਾਂ 2-30 ਸੈਕਿੰਡ ਲਈ, 1 ਮਿੰਟ ਲਈ, ਤਾਂ ਮੂੰਹ 'ਚ ਹੋਲਡ ਕਰਕੇ ਨਾ ਇੱਦਾਂ ਇਹ ਬਾਹਰ ਕੱਢੋ, ਹੁਣ ਵੀ ਉਨਾ ਹੀ ਠੰਡਾ ਜਿੰਨਾ ਮੂੰਹ 'ਚ ਪਾਇਆ ਸੀ ਪਹਿਲਾਂ। ਉਹਨੂੰ ਗਰਮ ਕਿਹਨੇ ਕਰਤਾ? ਜਿੱਦਾਂ ਮਤਲਬ ਸਾਡੇ ਅੰਦਰ ਗਰਮੈਸ਼ ਸੀ ਨਾ, ਉਸ ਪਾਣੀ ਨੂੰ ਉਹਨੇ ਗਰਮ ਕਰਤਾ। ਉਹਦਾ ਟੈਂਪਰੇਚਰ ਉਹ ਨਹੀਂ ਰਿਹਾ ਜਿਹੜਾ ਪਹਿਲਾਂ ਮੂੰਹ 'ਚ ਪਾਇਆ ਸੀ, ਉਹ ਟੈਂਪਰੇਚਰ ਨਹੀਂ ਰਿਹਾ। ਹੁਣ ਸੁਣਿਓ ਧਿਆਨ ਨਾਲ, ਇਹਦਾ ਮਤਲਬ ਸਾਡੇ ਸਰੀਰ 'ਚ ਤਿੰਨੇ ਤੱਤ, ਸਾਡੇ ਸਰੀਰ 'ਚੋਂ ਇੱਕ ਵੀ ਤੱਤ ਬਾਹਰ ਨਿਕਲ ਜੇ, ਮੰਨ ਲਓ ਅੱਗ ਹੀ ਠੰਡੀ ਹੋ ਜਾਏ, ਪਾਣੀ ਦੀ ਮਿਕਦਾਰ ਘੱਟ ਜਾਏ, ਹਵਾ ਘੱਟ ਜਾਏ, ਬੰਦਾ ਜਿਉਂਦਾ ਰਹਿ ਸਕਦਾ? ਗੱਡੀਆਂ ਵੇਖ ਲਓ, ਤੁਸੀਂ ਆਪਣੀਆਂ ਕਾਰਾਂ ਹੀ ਵੇਖ ਲਓ, ਕਾਰ ਦੇ ਇੱਕ ਟਾਇਰ 'ਚੋਂ ਹਵਾ ਨਿਕਲ ਜਾਏ, ਸਾਰੇ ਪਰਿਵਾਰ ਨੂੰ ਬਾਹਰ ਨਹੀਂ ਬਹਿਣਾ ਪੈਂਦਾ ਜਿੰਨੀ ਦੇਰ ਤੱਕ ਤੁਸੀਂ ਦੂਜਾ ਟਾਇਰ ਨਹੀਂ ਬਦਲਦੇ, ਉਹਦਾ ਪੈਂਚਰ ਨਹੀਂ ਲਵਾਉਂਦੇ ਜਾਂ ਟਾਇਰ ਚੇਂਜ ਕਰਦੇ, ਜੋ ਵੀ ਕਰਦੇ ਜੇ। ਅੱਗ ਵੀ ਹੈਗੀ ਹੈ ਨਾ, ਪੈਟਰੋਲ ਡੀਜ਼ਲ ਨੂੰ ਅੱਗ ਲੱਗਦੀ ਹੈ, ਗੈਸ ਨੂੰ ਅੱਗ ਲੱਗਦੀ ਹੈ, ਚੱਲਦੀ ਹੈ। ਗੱਲ ਤਾਂ ਉੱਥੇ ਆ ਗਈ ਨਾ। ਭਾਵੇਂ ਉਹ ਆਉਣ ਵਾਲੇ ਸਮੇਂ 'ਚ ਬਿਜਲੀ ਵਾਲੀਆਂ ਗੱਡੀਆਂ ਆ ਗਈਆਂ, ਪਰ ਹੈਗੀ ਤਾਂ ਅੱਗ ਹੀ ਹੈ ਨਾ, ਹੈ ਤਾਂ ਅੱਗ ਹੀ ਹੈ ਨਾ, ਅੱਗ ਹੀ ਭਜਾ ਰਹੀ ਉਹਨੂੰ। ਪਾਣੀ ਵੀ ਹੈਗਾ। ਹੁਣ ਤੁਸੀਂ ਆਪਣੇ ਸਰੀਰ ਵਾਲੀ ਸੌਖੀ ਉਦਾਹਰਨ ਲੈ ਲਓ, ਆਪਣੇ ਘਰਾਂ ਵਿੱਚ ਹੁਣ ਹਰ ਘਰ ਵਿੱਚ ਤਿੰਨੇ ਚੀਜ਼ਾਂ ਚਾਹੀਦੀਆਂ। ਪਾਣੀ ਤੋਂ ਬਿਨਾਂ ਘਰ ਨਹੀਂ ਹੁੰਦਾ, ਸਵਾਸ ਵੀ ਹੈਗੇ ਨੇ, ਅੱਗ ਵੀ। ਘਰ 'ਚ ਸਭ ਤੋਂ ਪਹਿਲਾਂ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਸਾਡੀ ਰਸੋਈ, ਸਾਡੇ ਕਿਚਨ 'ਚ ਅੱਗ ਬਲਦੀ ਹੈ ਨਾ। ਹੁਣ ਬਾਣੀ ਦਾ ਵਾਕ ਹੈ, ਪੌਣ ਪਾਣੀ ਬੈ ਸੰਤਰੋ ਹੁਕਮ ਕਰੇ ਭਗਤ। ਇਹ ਕਿੱਦਾਂ ਭਗਤੀ ਕਰ ਰਹੇ ਨੇ ਭਲਾ? ਹੁਣ ਇਹ ਇੱਦਾਂ ਕਿਤੇ ਨੇ ਵੀ ਰੱਬ ਜੀ ਮੈਂ ਬੜਾ ਸਿਮਰਨ ਕਰ ਲਿਆ, ਬੜਾ ਨਾਮ ਜਪ ਲਿਆ। ਇਹ ਤਿੰਨੇ ਤੱਤ ਉਸ ਮਾਲਕ ਦੀ ਰਜਾ 'ਚ ਨੇ। ਬੰਦਿਆ, ਜਦੋਂ ਤੂੰ ਰਜਾ 'ਚ ਤੁਰਨਾ ਸ਼ੁਰੂ ਕਰਤਾ, ਇਹ ਉਹਦੀ ਇਬਾਦਤ ਹੈ। ਬਸ ਅੱਗ, ਹਵਾ, ਪਾਣੀ ਨੇ ਫੱਟਾ ਥੋੜ੍ਹਾ ਆਪਣੇ ਗਲ 'ਚ ਲਾਇਆ ਕਿ ਮੇਰੇ ਵਰਗਾ ਸਿਮਰਨ ਕੋਈ ਨਹੀਂ ਕਰਦਾ, ਮੇਰੇ ਵਰਗਾ ਤੇ ਭਗਤ ਕੋਈ ਨਹੀਂ ਹੈ। ਇੱਕ ਬੰਦਾ ਜਿਹੜਾ ਫੱਟੇ ਲਾ ਕੇ ਗਲ 'ਚ ਤੁਰਿਆ ਫਿਰਦਾ। ਹੁਣ ਇੱਥੇ ਸ਼ਬਦ ਵਰਤੇ ਨੇ, ਕਹਿੰਦੇ ਹਰ ਧਿਆਵੋ ਸੰਤੋ ਜੀ, ਹੇ ਸਤ ਸੰਗਿਓ, ਹੇ ਸੰਤ ਜਨੋ, ਹੇ ਗੁਰਮੁਖ ਪਿਆਰਿਓ। ਆ ਜਿਵੇਂ ਉੱਪਰ ਆਪਾਂ ਵੇਖਿਆ ਨਾ, ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣ, ਸਭ ਉਹਦੀ ਰਜਾ 'ਚ ਨੇ। ਤੇ ਸਤ ਸੰਗਿਓ, ਤੁਸੀਂ ਵੀ ਉਹਦੀ ਰਜਾ 'ਚ ਤੁਰਨਾ ਸ਼ੁਰੂ ਕਰ ਦਿਓ। ਤੁਹਾਡਾ ਤਨ ਉਹਦੀ ਰਜਾ 'ਚ ਹੈ, ਮਨ ਉਹਦੀ ਰਜਾ 'ਚ ਨਹੀਂ, ਤਾਂ ਹੀ ਉਹ ਦੁੱਖ ਆ ਰਹੇ ਨੇ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਤੁਹਾਡੇ ਦੁੱਖ ਖਤਮ ਹੋ ਜਾਣਗੇ। ਦੁੱਖ ਕਿਹੜੇ ਕਿਹੜੇ? ਦੁੱਖ ਵੀ ਕਈ ਕਿਸਮ ਦੇ ਨੇ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨ ਭੋਲੇ ਦਾਰੂ ਲਾਏ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਕਿਹੜੇ ਪਿਆਰੇ ਸ਼ਬਦ ਵਰਤੇ, ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਉਹ ਆਪ ਹੀ ਠਾਕੁਰ, ਆਪ ਹੀ ਸੇਵਕ ਹੈ। ਹੁਣ ਠਾਕੁਰ ਤੇ ਸੇਵਕ ਆਪ ਕਿੱਦਾਂ ਹੈ? ਕਿਉਂਕਿ ਬਣਾਉਣ ਵਾਲਾ ਵੀ ਆਪ ਹੈ ਤੇ ਉਹਦੀ ਰਖਵਾਲੀ ਵੀ ਤੇ ਆਪ ਹੀ ਕਰਦਾ ਨਾ। ਉਹਨੇ ਕੋਈ ਸੇਵਕ ਵੱਖਰੇ ਥੋੜ੍ਹਾ ਰੱਖੇ ਨੇ। ਜੇ ਮਾਲੀ ਨੇ ਫੁੱਲ ਆਪ ਲਾਏ ਨੇ ਤੇ ਉਹਦੀਆਂ ਪੱਤੀਆਂ ਵੀ ਤੇ ਆਪੇ ਕੱਟਦਾ ਹੈ ਨਾ। ਤੇ ਖੁਸ਼ੀ ਹੁੰਦੀ ਉਹਨੂੰ, ਜਿਵੇਂ ਬਣ ਸਿੰਚਨ ਆ ਰਿਹਾ ਕਿ ਮਾਲੀ, ਉਹਨੇ ਕੋਈ ਵੱਖਰਾ ਮਹਿਕਮਾ ਥੋੜ੍ਹਾ ਰੱਖਿਆ ਵੀ ਸ਼ਿਵ ਪੈਦਾ, ਬ੍ਰਹਮਾ ਪੈਦਾ ਕਰੂ, ਵਿਸ਼ਨੂੰ ਰਿਜ਼ਕ ਦਊ ਤੇ ਸ਼ਿਵ ਉਹਨੂੰ ਮਾਰਨਾ। ਉਹ ਕਹਿੰਦੇ ਉਹ ਆਪੇ ਹੀ ਠਾਕੁਰ ਹੈ ਤੇ ਆਪੇ ਹੀ ਮਾਲਕ ਹੈ ਜਦੋਂ ਆਪੇ ਰਸੀ ਆਪ ਰਸ ਹੈ ਨਾ, ਆਪੇ ਰਾਵਣ ਆ ਰਿਹਾ। ਉਹਨੇ ਦੂਜਾ ਤੀਜਾ ਮਹਿਕਮਾ ਥੋੜ੍ਹਾ ਰੱਖਿਆ। ਉਹ ਠਾਕੁਰ ਵੀ ਆਪ ਹੈ ਤੇ ਸੇਵਕ ਵੀ ਆਪ ਹੈ। ਹੁਣ ਇਹ ਗੁਣ ਆਪਣੀ ਜ਼ਿੰਦਗੀ 'ਚ ਆਪ ਲੈ ਕੇ ਆਉਣੇ ਆ ਵੀ ਮੈਂ ਮਾਲਕ ਵੀ ਆਪਣੀ ਜ਼ਿੰਦਗੀ ਦਾ ਆਪ ਬਣਨਾ ਤੇ ਮੈਂ ਆਪਣੀ ਜ਼ਿੰਦਗੀ ਨੂੰ ਸਵਾਰਨ ਵਾਸਤੇ ਸੇਵਕ ਵੀ ਆਪ ਬਣਨਾ। ਮਾਲਕ ਵੀ ਆਪ ਬਣਨਾ ਤੇ ਸੇਵਕ ਵੀ ਆਪ ਬਣਨਾ। ਇਹੋ ਗੱਲਾਂ ਗੁਰੂ ਨਾਨਕ ਸਾਹਿਬ ਜੀ ਨੇ ਸਿਖਾਈਆਂ, ਤਾਂ ਹੀ ਉਹ ਗੜਵਾਈ ਕੋਈ ਨਹੀਂ ਰੱਖਿਆ ਮਹਾਰਾਜ ਨੇ। ਤੁਸੀਂ ਵੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਕੌਣ ਸੀ ਭਲਾ? ਪੜ੍ਹੋ ਭਾਈ ਗੁਰਦਾਸ ਜੀ ਦੀ ਪੌੜੀ। ਇੱਕ ਬਾਬਾ ਅਕਾਲ ਰੂਪ ਤੇ ਦੂਜਾ ਕੌਣ ਸੀ ਭਲਾ? ਰਬਾਬੀ ਮਰਦਾਨਾ। ਗੜਵਈ ਤਾਂ ਨਹੀਂ ਸੀ ਹੈਗਾ। ਇੱਥੇ ਬਾਬੇ ਜਦੋਂ ਤੁਰਦੇ ਆ ਨਾਲ ਕੋਈ ਨਾ ਕੋਈ ਚਾਹੀਦਾ, ਛਤਰੀ ਵੀ ਫੜਨ ਵਾਲਾ ਵੀ ਕੋਈ ਚਾਹੀਦਾ, ਤੌਲੀਆ ਚੁੱਕਣ ਵਾਲਾ ਕੋਈ ਨਾਲ ਚਾਹੀਦਾ, ਪੈਰਾਂ 'ਚ ਰੱਖਣ ਵਾਲਾ ਕੱਪੜਾ ਚਾਹੀਦਾ। ਅੱਛੀ ਵਲੰਟੀਅਰ ਬਾਬੇ ਨਾਨਕ ਕਹਿੰਦੇ ਅਸੀਂ। ਗੱਡੀ ਖੋਲ੍ਹਣ ਲਈ ਬਾਰੀ ਕੋਈ ਚਾਹੀਦਾ, ਵਲੰਟੀਅਰ ਬਾਬੇ ਨਾਨਕ ਕਹਿੰਦੇ ਅਸੀਂ। ਪੈਰਾਂ 'ਚ ਰੱਖਣ ਲਈ ਤੌੜੀ ਚਾਹੀਦਾ, ਵਲੰਟੀਅਰ ਬਾਬੇ ਨਾਨਕ ਕਹਿੰਦੇ ਅਸੀਂ। ਬਾਬੇ ਨਾਨਕ ਦੇ ਇੱਦਾਂ ਦੇ ਵਲੰਟੀਅਰ ਹੋਣਗੇ ਭਲਾ?
ਸੋਚ ਕੇ ਵੇਖੋ ਤੁਸੀਂ, ਬਾਬਾ ਨਾਨਕ ਇੱਦਾਂ ਦੇ ਵਲੰਟੀਅਰ ਰੱਖੂ? ਇਮਾਨਦਾਰੀ ਨਾਲ ਸੋਚੋ, ਬਾਬੇ ਨਾਨਕ ਦੇ ਇੱਦਾਂ ਦੇ ਵਲੰਟੀਅਰ ਹੋਣਗੇ ਭਲਾ? ਤੇ ਤੁਸੀਂ ਘਰਾਂ 'ਚ ਬੈਠੇ ਸੁਣ ਰਹੇ ਜੇ, ਮੈਨੂੰ ਪਤਾ ਇਹ ਗੱਲਾਂ ਕਈਆਂ ਨੂੰ ਚੁਭਣੀਆਂ ਨੇ, ਤੇ ਚੁਭੀ ਜਾਣ, ਕੋਈ ਪ੍ਰੋਬਲਮ ਨਹੀਂ, ਪਰ ਸੱਚ ਇਹੋ ਹੀ ਹੈ, ਹਰ ਆਪੇ ਠਾਕੁਰ। ਜਦੋਂ ਇਹ ਗੁਣ ਗੁਰਬਾਣੀ, ਹੁਣ ਜੇ ਗੁਰਬਾਣੀ ਧਿਆਨ ਨਾਲ ਪੜ੍ਹੀ ਹੋਵੇ ਤੇ ਪਤਾ ਲੱਗੇ ਨਾ ਵੀ ਉਹ ਠਾਕੁਰ ਵੀ ਆਪ ਹੈ ਤੇ ਸੇਵਕ ਵੀ ਆਪ ਹੈ। ਜਦੋਂ ਠਾਕੁਰ ਆਪ ਹੈ, ਸੇਵਕ ਦਾ ਮਤਲਬ ਕੀ ਹੈ? ਵੀ ਠਾਕੁਰ ਵਾਲਾ ਗੁਣ ਵੀ ਆਪਣੀ ਜ਼ਿੰਦਗੀ 'ਚ ਲੈ ਕੇ ਆਉਣਾ ਤੇ ਸੇਵਕ ਵਾਲਾ ਗੁਣ ਵੀ ਲੈ ਕੇ ਆਉਣਾ। ਕੰਮ ਆਪਣੇ ਆਪ ਕਰਨ ਦੀ ਕੋਸ਼ਿਸ਼ ਕਰਨੀ ਹੈ। ਤਾਂਹੀਓ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਕੋਈ ਗੜਵਈ ਹੈ ਸੀ ਭਲਾ? ਵੀ ਇੱਕ ਸੇਵਾਦਾਰ ਨਾਲ ਹੁੰਦਾ। ਚਮਕੌਰ ਸਾਹਿਬ ਦੀ ਗੜੀ 'ਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨਿਕਲੇ, ਪਰ ਇਕੱਲੇ ਸੀ ਨਾ, ਵੱਖਰੇ ਗਏ ਜਦੋਂ ਭਾਈ ਗੁਲਾਬੇ ਦੇ ਘਰ ਪਹੁੰਚੇ ਨੇ। ਇਤਿਹਾਸ ਦੇ ਪੰਨੇ ਪੜ੍ਹ ਕੇ ਵੇਖ ਲਓ ਤੁਸੀਂ। ਇਹ ਕਹਿਣਾ ਬਹੁਤ ਸੌਖਾ ਹੈ ਅਸੀਂ ਗੁਰੂ ਨਾਨਕ ਸਾਹਿਬ ਦੇ ਵਲੰਟੀਅਰ ਬਣਨਾ ਹੈ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਲੰਟੀਅਰ ਇੱਦਾਂ ਦੇ ਹੋਣਗੇ। ਗੁਰੂ ਨਾਨਕ ਸਾਹਿਬ ਦੇ ਖੇਤਾਂ 'ਚੋਂ ਨਦੀਨ ਵੀ ਆਪ ਕੱਢਦੇ ਸੀ, ਉਹ ਆਪਣਾ ਕੰਮ ਆਪ ਕਰਕੇ ਖੁਸ਼ੀ ਮਹਿਸੂਸ ਕਰਦੇ ਸੀ। ਉਹਨਾਂ ਗੜਵਈ ਕੋਈ ਨਹੀਂ ਰੱਖਿਆ। ਜਦੋਂ ਗੁਰੂ ਨਾਨਕ ਸਾਹਿਬ ਗਏ ਹੋਣਗੇ, ਉਹਨਾਂ ਦਾ ਪ੍ਰਸ਼ਾਦਾ ਵੀ ਆਪ ਤਿਆਰ ਕਰਦੇ ਸੀ। ਉਹਨਾਂ ਦੀ ਰੋਟੀ ਪਾਣੀ ਕਿੱਦਾਂ ਬਣਦਾ ਹੋਏਗਾ ਭਲਾ? ਸੋਚ ਕੇ ਵੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਕਿੱਦਾਂ ਦੀ ਵਿਚਾਰਧਾਰਾ ਲੈ ਕੇ, ਵੀ ਇੱਕ ਬਾਬਾ ਕਾਰ ਰੂਪ ਤੇ ਦੂਜਾ ਰਬਾਬੀ ਮਰਦਾਨਾ। ਉਹਨਾਂ ਨਾਲ ਰਬਾਬੀ ਮਰਦਾਨਾ ਸੀ, ਕੋਈ ਗੜਵਈ ਨਹੀਂ ਸੀ। ਇੱਥੇ ਬਾਬਿਆਂ ਦੇ ਪੀਰ ਚੱਕਣ ਵਾਲਾ ਵੱਖਰਾ, ਗੜਵਾ ਚੱਕਣ ਵਾਲਾ ਵੱਖਰਾ, ਪੈਰ ਧਵਾਉਣ ਵਾਲਾ ਵੱਖਰਾ। ਬਾਬਾ ਜੀ ਏਸੀ 'ਚ ਬੈਠੇ ਨੇ, ਲਾਗੇ ਸੇਵਾਦਾਰ ਦੋ ਅਰਦਲੀ ਬਣ ਕੇ ਖਲੋਤੇ ਹੋਏ ਨੇ। ਇੱਦਾਂ ਦੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਇਹ ਸੀ ਭਲਾ? ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ। ਉਹ ਆਪ ਹੀ ਠਾਕੁਰ ਹੈ, ਆਪ ਹੀ ਸੇਵਕ ਹੈ, ਯਾਨੀ ਕਿ ਬਣਾਉਣ ਵਾਲਾ ਵੀ ਆਪ ਹੈ, ਉਹਦੀ ਸੰਭਾਲ ਕਰਨ ਵਾਲਾ ਸੇਵਾਦਾਰ ਵੀ ਆਪ ਹੈ। ਜਿਵੇਂ ਬਾਣੀ 'ਚ ਨਹੀਂ ਲਿਖਿਆ, ਸਿੰਚਨ ਹਰੇ ਕੇ ਮਾਲੀ। ਉਹ ਮਾਲੀ ਇੱਕ ਹੀ ਹੈ, ਖਬਰ ਕਰਤ ਹੈ ਪਾਤ ਪਤ ਡਾਲੀ। ਉਹ ਮਾਲੀ ਹੈ, ਇਕੱਲੀ ਇਕੱਲੀ ਪੱਤੀ ਦਾ। ਜਿਵੇਂ ਮਾਲੀ ਨਹੀਂ ਜਾ ਕੇ ਪੱਤੀ ਦਾ ਖਿਆਲ ਰੱਖਦਾ, ਜਿਹੜੀ ਪੱਤੀ ਮਾੜੀ ਜਿਹੀ ਲੱਗੇ, ਪੀਲੀ ਪੈਣ ਲੱਗੀ, ਇਹਦਾ ਕੱਟ ਕੇ ਕਟਰ ਨਾਲ ਪਰਾਂ ਸੁੱਟ ਦਿੰਦਾ। ਸਿੰਚਨ ਹਰੇ ਕੇ ਮਾਲੀ, ਖਬਰ ਕਰਤ ਹੈ ਪਾਤ ਪਤ ਡਾਲੀ। ਸਗਲ ਬਨਸਪਤਾਨ ਜੜਾਈ, ਸਗਲੀ ਫੂਲੀ ਨੇ ਫਲ ਨਾ ਕਾਈ। ਉਹ ਮਾਲੀ ਆਪ ਹੈ। ਤਾਂ ਬਾਣੀ 'ਚ ਗੁਰੂ ਨਾਨਕ ਸਾਹਿਬ ਦਾ ਤੁਸੀਂ ਬਸੰਤ ਰਾਗ ਸ਼ਬਦ ਪੜ੍ਹੋ। ਕਰ ਹਰ ਹੱਠ, ਕਰ ਦਾ ਅਰਥ ਹੈ ਹੱਥ, ਆਪਣੇ ਹੱਥਾਂ ਨੂੰ ਕਰ ਹਰ ਹੱਠ, ਆਪਣੇ ਹੱਥਾਂ ਨੂੰ ਉਹ ਟਿੰਡਾਂ ਬਣਾਓ, ਜਿਹੜੀਆਂ ਟਿੰਡਾਂ ਖੂਹ 'ਚੋਂ ਪਾਣੀ ਬਾਹਰ ਲੈ ਕੇ ਆਉਂਦੀਆਂ। ਕਰ ਹਰ ਹੱਠ ਮਾਲ ਟਿੰਡ ਪਰੋਵੋ, ਤਿਸ ਭੀਤਰ ਮਨ ਜੋਵੋ। ਮਨ ਨੂੰ ਬੈਲ ਬਣਾ ਲਓ, ਮਨ ਨੂੰ ਬਲਦ ਬਣਾ ਲਓ। ਜਿੰਨਾ ਮਨ ਗਤੀ ਕਰੇਗਾ, ਜਿੰਨਾ ਮਨ ਰਫਤਾਰ ਫੜੇਗਾ, ਉਹਨੇ ਹੱਥ ਚੰਗੇ। ਹੁਣ ਮਨ ਕਹਿੰਦਾ ਨਾ ਹੱਥਾਂ ਨੂੰ ਆਹ ਕੰਮ ਕਰ, ਬਲਦ ਜਿੰਨਾ ਤੁਰਦਾ ਉਹਨੇ ਟਿੰਡਾਂ ਦਾ ਪਾਣੀ ਬਾਹਰ ਆਉਂਦਾ। ਜਿੰਨਾ ਮਨ ਗਤੀ ਕਰਦਾ, ਮਨ ਕਹਿੰਦਾ ਅੱਜ ਆਹ ਕੰਮ ਕਰਨਾ, ਮਨ ਕਹਿੰਦਾ ਅੱਜ ਸੈਰ ਕਰਕੇ ਆਉਣੀ ਹੈ, ਤਨ ਕਹਿੰਦਾ ਪੈਰ ਕਹਿੰਦੇ ਚੱਲ ਤੁਰ, ਅਸੀਂ ਤੇਰੇ ਪਿੱਛੇ ਹੀ ਹਾਂ। ਮਨ ਕਹਿੰਦਾ ਸੁੱਤਾ ਰਹਿ, ਤਨ ਕਹਿੰਦਾ ਠੀਕ ਹੈ। ਮਨ ਕਹਿੰਦਾ ਅੱਜ ਚੋਰੀ ਕਰਨੀ ਹੈ, ਤਨ ਕਹਿੰਦਾ ਠੀਕ ਹੈ। ਮਨ ਕਹਿੰਦਾ ਅੱਜ ਸੇਵਾ ਕਰਨ ਜਾਣਾ, ਤਨ ਕਹਿੰਦਾ ਠੀਕ ਹੈ। ਮਨ ਬਲਦ ਹੈ ਨਾ, ਇਹ ਹੱਥ ਟਿੰਡਾਂ ਨੇ। ਕਰ ਹਰ ਹੱਠ, ਹੱਥ ਟਿੰਡਾਂ ਬਣਾ ਲਾ ਖੂਹ ਦੀਆਂ, ਮਨ ਨੂੰ ਬਲਦ ਬਣਾ ਲਾ। ਕਰ ਹਰ ਹੱਠ ਮਾਲ ਟਿੰਡ ਪਰੋਵੋ, ਤਿਸ ਭੀਤਰ ਮਨ ਜੋਵੋ। ਤੇ ਅੰਮ੍ਰਿਤ ਸਿੰਚੋ, ਇੱਦਾਂ ਫਿਰ ਅੰਮ੍ਰਿਤ ਸਿੰਚ ਭਰੋ ਕਿਆਰੇ। ਕਿਆਰੇ ਕਿਹੜੇ? ਅੱਖਾਂ, ਕੰਨ, ਨਾਸਾਂ, ਇਹਨਾਂ ਕਿਆਰਿਆਂ 'ਚ ਅੰਮ੍ਰਿਤ ਭਰ। ਮਨ ਉਦਮੀ ਹੋਏਗਾ ਤੇ ਅੰਮ੍ਰਿਤ ਭਰਿਆ ਜਾਊ। ਅੰਮ੍ਰਿਤ ਸਿੰਚੋ ਭਰੋ ਕਿਆਰੇ। ਅੱਗੇ ਕੀ ਜੀ? ਤਉ ਮਾਲੀ ਕੀ ਹੋਵੋ। ਤੂੰ ਵੀ ਮਾਲੀ ਦਾ ਇੱਕ ਨਿੱਕਾ ਜਿਹਾ ਸਹਾਇਕ ਮਾਲੀ ਬਣ ਜਾ, ਹੈਲਪ ਕਰਨ ਵਾਲਾ। ਉਹ ਮਾਲੀ ਸਾਰੀ ਕਾਇਨਾਤ ਨੂੰ ਸਾਂਭਦਾ ਪਿਆ, ਤੂੰ ਆਪਣੀ ਨਿੱਕੀ ਜਿਹੀ ਕਾਇਨਾਤ ਸਾਂਭੀ ਜਾ ਬਸ। ਤੇ ਇੱਥੇ ਸਾਨੂੰ ਤੇ ਨਿੱਕੀ ਜਿਹੀ ਕਾਇਨਾਤ ਕੀ ਸਾਂਭਣੀ ਹੈ? ਵਲੰਟੀਅਰ ਗੁਰੂ ਨਾਨਕ ਸਾਹਿਬ ਦੇ ਬਣਨ ਦਾ ਦਾਅਵਾ ਕਰਨਾ ਤੇ ਆਪਣੇ ਨਿੱਕੇ ਨਿੱਕੇ ਕੰਮ ਵੀ ਆਪ ਕਰਨ ਦੀ ਆਦਤ ਨਾ ਪਾਉਣੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇੱਦਾਂ ਨਹੀਂ ਗੱਲ ਬਣਨੀ, ਵੀ ਗੱਲਾਂ ਨਾਲ ਤੇ ਬੜਾ ਕੁਝ ਹੋ ਗਿਆ ਇੱਥੇ ਸੰਸਾਰ ਤੇ। ਆਪਣੇ ਕੰਮ ਖੁਦ ਕਰਨ ਦੀ ਆਦਤ ਪਾ ਭਾਈ। ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਪਾਤਰ ਬਣ। ਜ਼ਿੰਦਗੀ ਜੂਣ ਆਪਣੀ ਸ਼ੁਰੂ ਕਰ, ਤਾਂ ਕਿ ਪਤਾ ਲੱਗੇ ਜ਼ਿੰਦਗੀ ਕਿੱਦਾਂ ਬਤੀਤ ਕੀਤੀ ਜਾਂਦੀ ਹੈ, ਕਿੱਦਾਂ ਸੂਝ। ਇਹ ਜਦੋਂ ਮਿਸ਼ਨਰੀ ਲਹਿਰ ਆਰੰਭ ਹੋਈ ਸੀ, ਜਿਨ੍ਹਾਂ ਸੰਸਥਾਵਾਂ 'ਚ ਅਸੀਂ ਪੜ੍ਹੇ ਹਾਂ, ਅੱਜ ਵੀ ਪੜ੍ਹਾਉਣ ਦੀ ਸੇਵਾ ਨਿਭਾ ਰਹੇ ਹਾਂ। ਜਦੋਂ ਪਿੰਡਾਂ 'ਚ ਕੈਂਪ ਲਾਉਣ ਜਾਣੇ, ਸਮਾਗਮ ਕਰਨ ਜਾਣੇ, ਕਈ ਵਾਰੀ ਪ੍ਰਬੰਧਕਾਂ ਨਾਲ ਜਾ ਕੇ ਚੰਦੋਆ ਵੀ ਸਾਡੇ ਵੀਰ ਖੁਦ ਬਣਾ ਦਿੰਦੇ ਨੇ। ਇਹ ਦਰੀਆਂ ਵਿਛਾ ਦੇਣੀਆਂ, ਨਾਲ ਸੇਵਾ ਕਰਾਉਣੀ। ਉਹ ਕਹਿੰਦੇ ਯਾਰ ਕਮਾਲ ਦੇ ਬੰਦੇ ਨੇ, ਇਹ ਕਥਾ ਵੀ ਇਹੋ ਕਰਦੇ ਨੇ, ਦਰੀਆਂ ਵੀ ਆਪੇ ਵਿਛਾ ਰਹੇ ਨੇ, ਜੇ ਲੋੜ ਪੈ ਗਈ ਤਾਂ ਲੰਗਰ ਵੀ ਵਰਤਾ ਦਿੰਦੇ ਨੇ। ਬੱਚਿਆਂ ਦੇ ਕੈਂਪਾਂ ਦੇ ਬਾਅਦ ਬਰਤਨ ਵੀ ਆਪੇ ਧੋ ਦਿੰਦੇ ਨੇ। ਇਹ ਗੱਲ, ਇਹ ਗੁਣ ਉਹਨਾਂ ਵੀਰਾਂ ਕੋਲੋਂ ਸਿੱਖੇ ਸੀ, ਜਿਨ੍ਹਾਂ ਕਿਹਾ ਸੀ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਇੱਦਾਂ ਪ੍ਰਚਾਰੀ ਜਾਣੀ ਹੈ ਵੀ ਠਾਕੁਰ ਵਾਲਾ ਤੇ ਸੇਵਕ ਵਾਲਾ ਗੁਣ ਆਪਣੀ ਜ਼ਿੰਦਗੀ 'ਚ ਲੈ ਕੇ ਆਉਣਾ ਪੈਣਾ। ਠਾਕੁਰ ਮੀਨਿੰਗ ਪੜ੍ਹਾ ਵੀ ਅੰਦਰ ਰਿਹਾ ਤੂੰ, ਤੇ ਬਾਹਰ ਆਣ ਕੇ ਬਰਤਨ ਵੀ ਮਾਂਜ ਰਿਹਾ। ਅੰਦਰ ਆਣ ਕੇ ਕਲਾਸ ਵੀ ਲਾ ਰਿਹਾ ਤੇ ਬਾਹਰ ਆਣ ਕੇ ਤੂੰ ਵਿਦਿਆਰਥੀਆਂ ਦੇ ਉਹਨਾਂ ਦੇ ਜੂਠੇ ਗਲਾਸ ਵੀ ਧੋ ਰਿਹਾ। ਤੂੰ ਸੇਵਾ ਵਿੱਚ ਵੀ ਪਤਾ ਨਹੀਂ ਲੱਗ ਰਿਹਾ। ਐਸਾ ਹੋਇਆ ਸਾਡੇ ਵੀਰਾਂ ਨੇ, ਇੱਦਾਂ ਬੜਾ ਉਦਮ ਮਿਹਨਤ ਮੁਸ਼ੱਕਤ ਕੀਤੀ ਹੈ। ਇਹ ਗੁਣ ਸਿੱਖਾਂ ਵਿੱਚ ਹੈ।
ਆਪਣੀ ਫੈਕਟਰੀ 'ਚ ਆਪਣੇ ਆਫਿਸ ਵਿੱਚ ਬੈਠਾ ਹੈ, ਲੰਗਰ ਵਿੱਚ ਦਾਲ ਫੜ ਕੇ ਵਰਤਾ ਰਿਹਾ ਹੈ। ਉੱਥੇ ਆਫਿਸ ਵਿੱਚ ਬੈਠਾ ਹੈ ਤੇ ਦਾਲ ਫੜ ਕੇ ਵਰਤਾ ਰਿਹਾ ਹੈ। ਉੱਥੇ ਫੈਕਟਰੀ 'ਚ 500 ਵਰਕਰ ਉਹਦੇ ਥੱਲੇ ਕੰਮ ਕਰਦਾ ਹੈ, ਇੱਥੇ ਲੰਗਰ 'ਚ ਪ੍ਰਸ਼ਾਦੇ ਵਰਤਾ ਰਿਹਾ ਹੈ। ਇਹ ਗੁਣ ਦਿੱਤੇ ਸੀ ਵੀ ਇਹ ਗੁਣ ਕਰੋਨਾ ਵਾਇਰਸ ਵੇਖਿਆ ਨਾ, ਸਾਡੇ ਬਹੁਤ ਵੀਰਾਂ ਨੇ ਸੇਵਾ ਕੀਤੀ ਅੱਗੇ ਹੋ ਕੇ। ਵੱਖਰੀ ਗੱਲ ਕਈਆਂ ਨੂੰ ਇਹ ਚੀਜ਼ਾਂ ਚੁੱਭਦੀਆਂ ਨੇ, ਵੱਖਰੀ ਗੱਲ। ਗੁਰੂ ਸਾਹਿਬ ਬਖਸ਼ਿਸ਼ ਕਰਨ, ਸਾਡੇ 'ਚ ਇਹ ਗੁਣ ਆ ਜਾਣ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿੰਨੇ ਪਿਆਰੇ ਸ਼ਬਦ ਵਰਤੇ। ਕਿਆ ਨਾਨਕ ਜੰਤ ਵਿਚਾਰਾ, ਨਾ ਗੁਰੂ ਨਾਨਕ ਸਾਹਿਬ ਜੀ ਨੇ ਜੰਤ ਦੀ ਕੀ ਪਾਇਆ ਭਾਈ, ਜੰਤ ਵਿਚਾਰਾ ਕੀ ਹੈ। ਮਹਾਰਾਜ ਨੇ ਕਿੱਡੇ ਪਿਆਰੇ ਬਖਸ਼ਿਸ਼ ਭਰੇ ਗੁਣ ਕਹੇ। ਇਹ ਗੁਣ ਸਾਡੀ ਜ਼ਿੰਦਗੀ 'ਚ ਪੈਦਾ ਹੋ ਜਾਣ ਕਿ ਠਾਕੁਰ ਵੀ ਉਹ ਆਪ ਹੈ ਤੇ ਉਹ ਸੇਵਕ ਬਣ ਕੇ ਸਾਰੀ ਕਾਇਨਾਤ ਦੀ ਪ੍ਰਤਪਾਲਨਾ ਵੀ ਆਪ ਕਰਦਾ ਪਿਆ। ਆਓ ਇਹ ਗੁਣ ਆਪਣੀ ਜ਼ਿੰਦਗੀ 'ਚੋਂ ਪ੍ਰਗਟ ਕਰੀਏ ਕਿ ਉਹ ਸੋ ਪੁਰਖ ਨਿਰੰਜਨ, ਸੋ ਦਾ ਅਰਥ ਹੈ ਉਹ ਪੁਰਖ ਮੀਨਿੰਗ ਵਿਆਪਕ, ਨਿਰੰਜਨ ਮੀਨਿੰਗ ਮਾਇਆ ਦੀ ਕਾਟ ਤੋਂ ਰਹਿਤ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਜਿਹੜਾ ਸਾਡੇ ਪਹੁੰਚ ਤੋਂ ਪਰੇ ਹੈ, ਵਿਆਪਕ ਹੋ ਕੇ ਵੀ ਉਹ ਮਾਇਆ ਦੀ ਕਾਟ ਤੋਂ ਰਹਿਤ ਹੈ। ਆਓ ਜੇ ਮੈਂ ਉਹਦੇ ਨਾਲ ਸਾਂਝ ਪਾਵਾਂਗਾ, ਹੁਣ ਇਹ ਡਿਪੈਂਡ ਮੇਰੇ 'ਤੇ ਹੈ, ਮੈਂ ਅੰਜਨ ਨਾਲ ਜੁੜ ਕੇ ਜ਼ਿੰਦਗੀ ਬਤੀਤ ਕਰਨੀ ਹੈ ਕਿ ਨਿਰੰਜਨ ਨਾਲ ਜੁੜ ਕੇ ਜ਼ਿੰਦਗੀ ਬਤੀਤ ਕਰਨੀ, ਇਹ ਡਿਪੈਂਡ ਮੇਰੇ 'ਤੇ ਹੈ। ਹੁਣ ਅੰਜਨ ਨਾਲ ਰਵਾਂਗਾ ਤੇ ਫਿਰ ਤਾਂ ਸੰਸਾਰ 'ਤੇ ਕਾਲਖ ਲੱਗੀ ਹੈ। ਜੇ ਮੈਂ ਨਿਰੰਜਨ ਨਾਲ ਸਾਂਝ, ਹੁਣ ਜਿਵੇਂ ਕਾਨੂੰਨ ਦੇਸ਼ ਦਾ ਸਾਰਿਆਂ 'ਤੇ ਲਾਗੂ ਹੈ, ਮੈਂ ਕਾਨੂੰਨ ਮੁਤਾਬਕ ਜ਼ਿੰਦਗੀ ਜੂਆਂਗਾ ਤੇ ਵਧੀਆ ਸਿਟੀਜ਼ਨ। ਜੇ ਮੈਂ ਕਹਾਂਗਾ ਨਹੀਂ ਜੀ ਮੈਨੂੰ ਨਹੀਂ ਕਾਨੂੰਨ ਦੀ ਪਰਵਾਹ, ਤੇ ਫਿਰ ਤੇ ਜੇਲ੍ਹਾਂ ਬਣੀਆਂ, ਫਿਰ ਤੇ ਮਾੜਿਆਂ ਬੰਦਿਆਂ 'ਚ ਨਾਂ ਲਿਖਿਆ, ਫਿਰ ਤੇ ਭਾਈ ਬਦਨਾਮੀ ਹੋਣੀ ਹੈ। ਇਹ ਹੁਣ ਫੈਸਲਾ ਤੇਰਾ। ਮੈਂ ਨਿਰੰਜਨ ਨਾਲ ਜੁੜ ਕੇ ਜ਼ਿੰਦਗੀ ਜੂਣੀ ਹੈ, ਮੇਰੀ ਮਰਜ਼ੀ ਹੈ, ਕਿ ਅੰਜਨ ਨਾਲ ਜੁੜ ਕੇ ਜ਼ਿੰਦਗੀ ਜੂਣੀ ਹੈ, ਇਹ ਮਰਜ਼ੀ ਮੇਰੀ ਹੈ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਉਹਦੇ ਹੁਕਮ 'ਚ ਨੇ, ਸਭ ਉਹਨੂੰ ਧਿਆ ਰਹੇ ਨੇ, ਧਿਆਉਣ ਦਾ ਅਰਥ ਉਹਦੀ ਰਜਾ 'ਚ ਨੇ। ਹਰ ਸੱਚੇ ਸਿਰਜਣਹਾਰਾ। ਤੇ ਹੇ ਬੰਦਿਆ, ਤੂੰ ਵੀ ਉਹਦੀ ਰਜਾ 'ਚ ਤੁਰਨਾ ਸ਼ੁਰੂ ਕਰ ਦੇ, ਤੇਰਾ ਜੀਵਨ ਖੂਬਸੂਰਤ ਬਣ ਜਾਏਗਾ। ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਕਿੰਨੇ ਪਿਆਰੇ ਸ਼ਬਦ ਵਰਤੇ ਨੇ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਤੁਸੀਂ ਸਾਰੇ ਜੀਵਾਂ ਦੇ ਦਾਤੇ ਹੋ, ਤੁਸੀਂ ਗੁਣਾਂ ਦੀ ਦਾਤ ਦਿੰਦੇ ਹੋ। ਤਾਂ ਕਿੰਨੇ ਪਿਆਰੇ ਸ਼ਬਦ ਵਰਤ ਕੇ ਸਮਝਾਇਆ ਗੁਰਦੇਵ ਜੀ ਨੇ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਸਭ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਹੇ ਸਤ ਸੰਗੀਓ, ਉਹਨੂੰ ਧਿਆਓ ਜਿਹੜਾ ਸਾਰੇ ਦੁੱਖਾਂ ਨੂੰ ਖਤਮ ਕਰਨ ਦੀ ਤਾਕਤ ਰੱਖਦਾ ਹੈ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਕਹਿਣ ਲੱਗੇ ਜਿਹਦੇ 'ਚ ਇਹ ਗੁਣ ਹੈ, ਉਹ ਮਾਲਕ ਵੀ ਆਪ ਹੈ ਤੇ ਸੇਵਕ ਬਣ ਕੇ ਸਾਰੀ ਕਾਇਨਾਤ ਦੀ ਪ੍ਰਤਪਾਲਨਾ ਵੀ ਕਰਦਾ ਪਿਆ। ਇਹ ਹੁਣ ਗੁਣ ਆਪਣੀ ਜ਼ਿੰਦਗੀ 'ਚੋਂ ਕਿੱਦਾਂ ਪ੍ਰਗਟ ਕਰਨੇ ਨੇ? ਆਪਣੀ ਜ਼ਿੰਦਗੀ 'ਚ ਗੁਣ ਇੱਦਾਂ ਪ੍ਰਗਟ ਕਰਨੇ ਨੇ ਕਿ ਅਸੀਂ ਆਪਣੇ ਜੀਵਨ ਨੂੰ ਖੂਬਸੂਰਤ ਬਣਾਈਏ ਤੇ ਆਪਣੀ ਜ਼ਿੰਦਗੀ 'ਚ ਗੁਣ ਲੈ ਕੇ ਆਈਏ। ਆਪਣੇ ਛੋਟੇ ਛੋਟੇ ਕੰਮ ਕਰਨ ਦੀ ਖੁਦ ਆਦਤ ਪਾਈਏ। ਜੇ ਉਹ ਆਪ ਵਿਹਲਾ ਨਹੀਂ ਬੈਠਾ ਤਾਂ ਉਹ ਵਿਹਲਿਆਂ ਨੂੰ ਪਸੰਦ ਵੀ ਨਹੀਂ ਕਰੇਗਾ। ਗੁਰੂ ਬਖਸ਼ਿਸ਼ ਕਰੇ, ਅਸੀਂ ਜਿੱਥੇ ਵੀ ਬੈਠੇ ਹਾਂ, ਕੋਈ ਸਰਕਾਰੀ ਟੀਚਰ ਹੈ, ਕੋਈ ਪ੍ਰਾਈਵੇਟ ਸਕੂਲ 'ਚ ਪੜ੍ਹਾਉਂਦਾ ਹੈ, ਕੋਈ ਡਾਕਟਰ ਹੈ, ਕੋਈ ਨਰਸ ਦੀ ਜੋਬ ਕਰਦੀ ਸਾਡੀ ਭੈਣ, ਕੋਈ ਪੁਲਿਸ ਅਫਸਰ ਹੈ, ਕੋਈ ਜੱਜ ਹੈ, ਕੋਈ ਵਕੀਲ ਹੈ, ਕੋਈ ਖੇਤੀਬਾੜੀ ਕਰਦਾ, ਕੋਈ ਕਿਸੇ ਫੈਕਟਰੀ ਕਾਰਖਾਨੇ 'ਚ ਕੰਮ ਕਰਦਾ, ਕੋਈ ਬੈਂਕ 'ਚ ਜੋਬ ਕਰਦਾ। ਜਿੱਥੇ ਵੀ ਬੈਠੇ ਹਾਂ, ਕੋਈ ਕਿਸੇ ਕਾਲਜ ਯੂਨੀਵਰਸਿਟੀ 'ਚ ਪੜ੍ਹਾ ਰਿਹਾ, ਜਿੱਥੇ ਵੀ ਹੈਗੇ ਹਾਂ, ਕੋਈ ਬੱਸ ਟਰੱਕ ਚਲਾ ਰਿਹਾ, ਕੋਈ ਫੈਕਟਰੀ 'ਚ ਕੰਮ ਕਰਦਾ, ਸਾਰੇ ਆਪਣੀ ਆਪਣੀ ਅਸੀਂ ਇਮਾਨਦਾਰੀ ਨਾਲ ਕਿਰਤ ਕਰੀਏ, ਚੰਗੇ ਕੰਮ ਕਰਨ ਦੀ ਆਦਤ ਪਾਈਏ ਤਾਂ ਕਿ ਇਹ ਸ਼ੁਭ ਗੁਣ ਸਾਡੀ ਜ਼ਿੰਦਗੀ 'ਚੋਂ ਪ੍ਰਗਟ ਹੋ ਸਕਣ। ਅੱਜ ਆਪਾਂ ਸੋ ਪੁਰਖ ਬਾਣੀ ਦਾ ਪਹਿਲੇ ਬੰਦ ਦੀ ਵਿਚਾਰ ਕੀਤੀ ਹੈ। ਇਹ 5 ਬੰਦਾਂ ਦਾ ਇੱਕੋ ਹੀ ਸ਼ਬਦ ਹੈ। ਇਸ ਤੋਂ ਬਾਅਦ ਆਪਾਂ ਇਹ ਦੂਜੇ ਬੰਦ ਦੀ ਵਿਚਾਰ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਸਾਧ ਸੰਗਤ ਜੀ, ਆਪਾਂ ਇਕੱਲੇ ਬੰਦ ਨੂੰ ਧਿਆਨ ਨਾਲ ਸਮਝੇ ਜਾਣਾ, ਜਿਹੜੇ ਸਾਡੇ ਲਈ ਗੁਰਦੇਵ ਜੀ ਨੇ ਮੋਤੀ ਪਰੋਏ ਨੇ। ਅੱਜ ਪਹਿਲੇ ਬੰਦ ਦਾ ਜਿਹੜਾ ਵਿਸ਼ਾ ਸੀ ਉਹ ਇਹ ਸੀ, ਉਹ ਪੁਰਖ ਵਿਆਪਕ ਹੈ, ਪਰ ਵਿਆਪਕ ਹੋ ਕੇ ਵੀ ਉਹ ਨਿਰੰਜਨ ਹੈ, ਮਾਇਆ ਦੀ ਕਾਟ ਤੋਂ ਰਹਿਤ ਹੈ। ਅਤੇ ਬਸ ਹੁਣ ਫੈਸਲਾ ਮੈਂ ਕਰਨਾ ਕਿ ਮੈਂ ਉਹਦੇ ਨਾਲ ਜੁੜ ਕੇ ਨਿਰੰਜਨ ਵਾਲਾ ਰੂਪ ਧਾਰਨ ਕਰਨਾ ਹੈ, ਯਾਨੀ ਕਿ ਆਪਣੀ ਜ਼ਿੰਦਗੀ 'ਚ ਉਹ ਗੁਣ ਲੈ ਕੇ ਆਉਣੇ ਜਿਹੜੇ ਮਾਲਕ ਦੇ ਵਿੱਚ ਨੇ, ਅਤੇ ਜਾਂ ਮੈਂ ਇਸ ਸੰਸਾਰ ਨਾਲ ਜੁੜ ਕੇ ਵਿਸ਼ਿਆਂ ਵਿਕਾਰਾਂ ਵਾਲਾ ਜੀਵਨ ਜਿਉਣਾ। ਇਹ ਡਿਪੈਂਡ ਹੁਣ ਮੇਰੇ 'ਤੇ। ਆਓ ਇਹ ਸ਼ੁਭ ਗੁਣ ਸ਼ੁਭ ਵਿਚਾਰਾਂ ਆਪਣੀ ਜ਼ਿੰਦਗੀ 'ਚ ਲੈ ਕੇ ਆਈਏ ਅਤੇ ਜੀਵਨ ਨੂੰ ਖੂਬਸੂਰਤ ਬਣਾਈਏ। ਤੁਹਾਡਾ ਸਾਰਿਆਂ ਦਾ ਧੰਨਵਾਦ ਜੋ ਬੜੇ ਪਿਆਰ ਨਾਲ ਟਿਕਾ ਨਾ ਬੈਠ ਕੇ ਰੋਜ਼ਾਨਾ ਤੁਸੀਂ ਵਿਚਾਰਾਂ ਨੂੰ ਸਰਵਣ ਕਰਦੇ ਹੋ। ਬਾਣੀ ਪੜ੍ਹੋ, ਸਹਿਜ ਪਾਠ ਕਰੋ ਅਤੇ ਆਪਣੀ ਜ਼ਿੰਦਗੀ ਨੂੰ ਗੁਰਬਾਣੀ ਮੁਤਾਬਕ ਢਾਲਣ ਦਾ ਯਤਨ ਕਰੀਏ ਜੀ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।